गुर की जिसनु मत आवे सो सतगुर माही समाना। एह बाणी जो जियों जाने तिस अंतर रवे हर नाम। बाणी गुरु गुरु है बाणी विच बाणी अमृत सारे। गुर बाणी कहे सेवक जन मानै पर तख गुरु निस्तारे। बाणी बिरलो विचारसी जे को गुरमुख होए। एह बाणी महापुरख की निज कर वासा होए। असंख जप असंख पाओ असंख पूजा असंख तप ताओ असंख ग्रंथ मुख वेद पाठ असंख जोग मन रहे उदास। असंख भगत गुण ज्ञान विचार। असंख सती असंख दातार। असंख सूर मोह बख्सार। असंख मौन लिव लाए तार। कुदरत कवन कहाँ विचार। वारिया ना जावा एक वार। जो तुद पावे साई भली कार। तू सदा सलामत निरंकार।
ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਜੀ ਦੀ ਇਹ 17ਵੀਂ ਪੌੜੀ ਹੈ, ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ। ਇਸ ਪੌੜੀ ਦੀ ਵਿਚਾਰ ਸਿੱਖ ਕੌਮ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਆਪ ਜੀ ਨੂੰ ਸਰਵਣ ਕਰਵਾਉਣਗੇ। ਅੱਜ ਆਪ ਜੀ ਦੀ ਵਿਦਾਇਗੀ ਵੀ ਹੈ। ਪ੍ਰਬੰਧਕ ਸੇਵਾਦਾਰਾਂ ਵੱਲੋਂ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸੱਚੇ ਪਾਤਸ਼ਾਹ ਹਜਾਤੀ ਬਖਸ਼ਣ, ਤੰਦਰੁਸਤੀ ਸਿਹਤਯਾਬੀ ਬਖਸ਼ਣ, ਤਾਂ ਕਿ ਅਸੀਂ ਇਹਨਾਂ ਦੀ ਵਿਦਵਤਾ ਦਾ ਭਰਪੂਰ ਲਾਹਾ ਲੈ ਸਕੀਏ। ਜਦੋਂ ਮੈਂ ਕਥਾ ਕਰਨੀ ਸ਼ੁਰੂ ਕੀਤੀ ਹੈ ਤਾਂ ਇਹਨਾਂ ਦੀ ਪੁਸਤਕ 9ਵੇਂ ਮਹੱਲੇ ਦੇ ਸ਼ਲੋਕ ਆਏ ਸਨ। ਸੋ ਬਹੁਤ ਜਿੰਨੀ ਕੁ ਮੇਰੀ ਉਮਰ ਹੈ ਉਨੀ ਕੁ ਇਹਨਾਂ ਦੀ ਕਥਾ ਦੀ ਸੇਵਾ ਹੈ। ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੈ। ਕੌਮ ਨੂੰ ਵੀ ਚਾਹੀਦਾ ਹੈ ਕਿ ਐਸੇ ਵਿਦਵਾਨਾਂ ਤੋਂ ਸੇਧ ਲਵੇ। ਮੈਂ ਫਿਰ ਬੇਨਤੀ ਕਰਾਂ, ਕੈਂਚੀ ਲੈ ਕੇ ਅੱਜ ਦੁਨੀਆ ਬਹੁਤੀ ਤੁਰ ਪਈ ਹੈ। ਸਾਰਾ ਦਿਨ ਕੁਤਰ 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 ਕੁਤਰ। ਅੱਗੇ ਕੰਮ ਜਨਾਨੀਆਂ ਕਰਦੀਆਂ ਸੀ, ਹੁਣ ਇਹ ਕੰਮ ਗਿਆਨੀਆਂ ਨੇ ਸ਼ੁਰੂ ਕਰ ਲਿਆ। ਕੱਪੜੇ ਕੋਈ ਵੀ ਪਾੜ ਸਕਦਾ ਹੈ, ਕੱਟ ਸਕਦਾ ਹੈ, ਪਰ ਸਿਲਣ ਦੀ ਸੱਚੇ ਪਾਤਸ਼ਾਹ ਨੇ ਜਿਹੜੀ ਵਡਿਆਈ ਹੈ ਉਹ ਕੇਵਲ ਦਰਜੀ ਨੂੰ ਦਿੱਤੀ ਹੈ। ਵਿਦਵਾਨਾਂ ਦਾ ਕੰਮ ਕੌਮਾਂ ਨੂੰ ਜੋੜਨਾ ਹੁੰਦਾ ਹੈ, ਕੱਟਣਾ ਨਹੀਂ ਹੁੰਦਾ। ਅਸੀਂ ਕਹਿੰਦੇ ਜ਼ਰੂਰ ਹਾਂ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ, ਪਰ ਮੈਨੂੰ ਨਹੀਂ ਲੱਗਦਾ ਕਿ ਲੋਕ ਪਾਣੀ ਦੀ ਖਾਤਰ ਲੜ ਰਹੇ ਨੇ, ਤੇਲ ਦੀ ਖਾਤਰ ਲੜ ਰਹੇ ਨੇ, ਇਕੋਨਮੀ ਦੀ ਖਾਤਰ ਲੜ ਰਹੇ ਨੇ। ਉਹ ਕਦੇ ਕਦੇ ਕਿਸੇ ਕਿਸੇ ਮੁਲਕ 'ਚ ਲੜਾਈ ਹੁੰਦੀ ਹੈ, ਪਰ ਜਿਹੜੀ ਹਰ ਗਲੀ ਹਰ ਮੁਹੱਲੇ 'ਚ ਲੜਾਈ ਹੈ ਉਹ ਮਜ਼ਹਬ ਦੀ ਲੜਾਈ ਹੈ। ਤੇ ਉੱਥੇ ਦੂਜਾ ਕੋਈ ਮਜ਼ਹਬ ਨਹੀਂ ਹੈਗਾ, ਤੇ ਆਪਸ ਵਿੱਚ ਉਸ ਮਜ਼ਹਬ ਦੇ ਜਿਹੜੇ ਮਜ਼ਹਬੀ ਨੇ ਉਹਨਾਂ ਦੀ ਲੜਾਈ ਹੈ। ਜਿਹੜੇ ਉਸ ਮਜ਼ਹਬ ਨੂੰ ਮੰਨਣ ਵਾਲੇ ਧਰਮੀ ਲੋਕ ਨੇ। ਬੜੀ ਪੁਰਾਣੀ ਗੱਲ ਇੱਕ ਰਾਗੀ ਸਿੰਘ ਦੱਸਦਾ ਕਿ ਮੈਂ ਖੰਨੇ ਆਇਆ, ਸੱਦਿਆ ਸੀ ਦੂਜੇ ਗੁਰਦੁਆਰੇ ਵਾਲਿਆਂ ਨੇ, ਪਹੁੰਚ ਗਏ ਰਕਸ਼ੇ ਤੇ ਬੈਠ ਕੇ ਦੂਜੇ ਗੁਰਦੁਆਰੇ। ਤੇ ਜਦੋਂ ਪ੍ਰਬੰਧਕਾਂ ਨੂੰ ਪਤਾ ਲੱਗਾ ਤੇ ਉਹ ਕਹਿੰਦੇ ਵੀ ਚੁੱਕੋ ਵਾਜੇ, ਉੱਥੇ ਜਾਓ ਜਿਹੜੇ ਗੁਰਦੁਆਰੇ ਵਾਲਿਆਂ ਨੇ ਤੁਹਾਨੂੰ ਸੱਦਿਆ ਹੈ। ਪਾਣੀ ਪੀਣ ਤੱਕ ਦਾ ਹੁਕਮ ਨਹੀਂ ਉਹਨਾਂ ਨੇ ਦਿੱਤਾ ਕਿ ਤੁਸੀਂ ਪਾਣੀ ਪੀ ਲਓ। ਸੋ ਇਸ ਕਰਕੇ ਅੱਜ ਦੁਨੀਆ ਦੀ ਸ਼ਾਂਤੀ ਨੂੰ ਜਿੰਨਾ ਮਜ਼ਹਬ ਤੋਂ ਖਤਰਾ ਹੈ, ਇੰਨਾ ਸ਼ਾਇਦ ਅਸਲੇ ਤੋਂ ਖਤਰਾ ਨਹੀਂ ਹੈ। ਪਤਾ ਹੀ ਨਹੀਂ ਬੰਦਾ ਕਦੋਂ ਫਟ ਜਾਂਦਾ ਹੈ ਧਰਮ ਦੇ ਨਾਂ 'ਤੇ, ਕਦੋਂ ਜਹਾਦੀ ਲੜ ਪੈਂਦੇ ਨੇ ਆਪਸ ਵਿੱਚ। ਜਲੂਸ, ਨਗਰ ਕੀਰਤਨ, ਸ਼ੋਭਾ ਯਾਤਰਾ ਕਦੋਂ ਫਟ ਜਾਏ ਪਤਾ ਹੀ ਕੋਈ ਨਹੀਂ। ਪਰ ਇਹ ਕਦੇ ਹੋ ਨਹੀਂ ਸੀ ਸਕਦਾ। ਜੇ ਧਰਮੀ ਦੁਨੀਆ ਇਸ ਵਿੱਚ ਹੁੰਦੀ ਤੇ ਉਹਨਾਂ ਨੇ ਇੱਕ ਦੂਜੇ ਨੂੰ ਬਰਦਾਸ਼ਤ ਕਰ ਲੈਣਾ ਸੀ, ਇੱਕ ਦੂਜੇ ਦੀ ਵਧੀਕੀ ਨੂੰ ਵੀ ਮਾਫ ਕਰ ਦੇਣਾ ਸੀ। ਸੋ ਸੱਚੇ ਪਾਤਸ਼ਾਹ ਦੀ ਸਿੰਘ ਸਾਹਿਬ ਜੀ ਤੇ ਬਹੁਤ ਕਿਰਪਾ ਹੈ। ਅਗਲੇ ਸਮੇਂ ਲਈ ਆਪਾਂ ਉਹਨਾਂ ਤੋਂ ਵਿਚਾਰ ਸਰਵਣ ਕਰੀਏ। ਅੱਜ ਅੰਮ੍ਰਿਤ ਸੰਚਾਰ 11 ਵਜੇ ਹੋਵੇਗਾ।
ਗੁਰੂ ਘਰ ਦੀ ਸੇਵਾ ਦੇ ਵਿੱਚ ਲੰਗਰਾਂ ਵਾਸਤੇ ਰਸਦ, ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪੀਟਲ ਵਾਸਤੇ ਆਪ ਜੀ ਕੋਈ ਵੀ ਸੇਵਾ ਦੇ ਸਕਦੇ ਹੋ। ਟਿਕਾਣਾ ਸਾਹਿਬ ਗੁਰੂ ਘਰ ਦੇ ਮੁੱਖ ਸੇਵਾਦਾਰ ਦਾਸ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਵੱਲੋਂ ਬੇਨਤੀ ਹੈ, ਵੱਡੇ ਮਹਾਂਪੁਰਖ ਮਹੰਤ ਬਾਬਾ ਹਰਬੰਸ ਸਿੰਘ ਜੀ ਦੀ ਸਾਲਾਨਾ ਬਰਸੀ 26 ਤਰੀਕ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਮਨਾਈ ਜਾਣੀ ਹੈ। ਆਪ ਜੀ ਨੇ ਜ਼ਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੈ, ਰੱਖੋ ਸ਼ਰਮ ਅਸਾੜੀ ਜੀਓ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੇ ਮਹਿਮਾ ਬਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨ। ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਬਲ ਪ੍ਰੀਤਮ ਰਹਿਮਤਾਂ ਬਖਸ਼ਾਂ ਮਿਹਰਾਂ ਦੇ ਭੰਡਾਰ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਇਸ ਪਾਵਨ ਅਸਥਾਨ 'ਤੇ ਹਾਜ਼ਰੀਨ ਸੰਗਤ ਜੀਓ, ਸਤਿਗੁਰੂ ਦੀ ਬਖਸ਼ਿਸ਼ ਹੋਈ ਹੈ। ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹਾਂ। ਕੀਰਤਨ ਆਪਨੇ ਸਰਵਣ ਕੀਤਾ ਉਪਰੰਤ ਲੜੀਵਾਰ ਜੋ ਵਿਚਾਰ ਚੱਲ ਰਹੀ ਹੈ, ਕੱਲ੍ਹ ਤੱਕ ਜਪਜੀ ਸਾਹਿਬ ਦੀ 16ਵੀਂ ਪੌੜੀ ਦਾ ਵਿਚਾਰ ਹੋ ਗਿਆ ਸੀ। 17ਵੀਂ ਪੌੜੀ ਦਾ ਵਿਚਾਰ ਅੱਜ ਆਰੰਭ ਕਰਨਾ ਹੈ। ਮੂਲ ਪਾਠ ਸਿੱਖ ਪੰਥ ਦੀ ਮਹਾਨ ਹਸਤੀ ਹਰਮਨ ਪਿਆਰੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡਗੰਥੀ ਸਾਹਿਬ, ਉਹਨਾਂ ਨੇ ਆਪ ਨੂੰ ਸਰਵਣ ਕਰਵਾਇਆ। ਇਕਾਗਰ ਹੋ ਕੇ ਸਰਵਣ ਕਰੋ ਤਾਂ ਕਿ ਗੁਰੂ ਦੀ ਵਿਚਾਰ ਸਮਝ ਵਿੱਚ ਆ ਸਕੇ। ਬਾਣੀ ਵਿੱਚ ਐਸਾ ਲਿਖਿਆ ਹੈ, ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਖਟ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਗਮੇ ਅਪਾਰਾ। ਛੇ ਸ਼ਾਸਤਰਾਂ ਦਾ ਵਰਤਾਰਾ ਤੇ ਵਰਤਦਾ, ਪਰ ਗੁਰੂ ਦਾ ਦਰਸ਼ਨ ਜਿਹੜਾ ਹੈ ਇਸ ਦਾ ਪਾਰਾਵਾਰ ਨਹੀਂ। ਮੈਂ ਸੰਖੇਪ ਕਰਕੇ ਇੱਕ ਬੇਨਤੀ ਕਰਾਂ ਜਿਸ ਦੀ ਮਸੀਂ ਵਿਚਾਰ ਫਿਰ ਕਰਨੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਕੀ ਹਨ? ਰੱਬ ਦੀ ਸਿਫਤ ਸਲਾਹ। ਅਰਦਾਸ ਕੀ ਹੈ? ਰੱਬ ਦੀ ਸਿਫਤ ਸਲਾਹ। ਪਾਠ ਕੀ ਹੈ? ਰੱਬ ਦੀ ਸਿਫਤ ਸਲਾਹ। ਕੀਰਤਨ ਕੀ ਹੈ? ਉਸ ਦੀ ਸਿਫਤ ਸਲਾਹ। ਇਹ ਕਥਾ ਕੀ ਹੈ? ਉਸ ਦੀ ਸਿਫਤ ਸਲਾਹ। ਸਤਿਗੁਰਾਂ ਨੇ ਆਪਣੇ ਧਰਮ ਦੀ ਵਿਆਖਿਆ ਕਰਦਿਆਂ ਇਹ ਗੱਲ ਕਹੀ ਸੀ, ਸਾਡੀ ਸਾਧਨਾ ਕੀ ਹੈ? ਹਰ ਧਰਮ ਦੀ ਕੋਈ ਸਾਧਨਾ ਹੁੰਦੀ ਹੈ। ਸਿੱਖਿਆ ਨਿਰੀ ਨਹੀਂ, ਕੁਛ ਗੱਲਾਂ ਸਿੱਖ ਲਈਆਂ ਔਰ ਦੁਹਰਾਈ ਗਏ ਨਹੀਂ। ਸਾਧਨਾ ਧਰਮ ਨਿਰੀ ਸਿੱਖਿਆ ਨਹੀਂ, ਧਰਮ ਸਾਧਨਾ ਹੈ।
ਸਾਧਨਾ ਲਈ ਉਹਨਾਂ ਨੇ ਕਿਹਾ ਭਗਤ ਤੇਰੇ ਮਨ ਭਾਵੰਦੇ ਦਰ ਸੋਹਣ ਕੀਰਤ ਗਾਵੰਦੇ। ਭਗਤ ਸ਼ੋਭਾ ਪਾਉਂਦੇ ਨੇ ਤੇਰੀ ਸਿਫਤ ਕਰਦੇ। ਨਾਨਕ ਭਗਤਾਂ ਭੁੱਖ ਸਲਾਹਨ ਸਚ ਨਾਮ ਆਧਾਰ। ਇੱਕ ਗੱਲ ਤੇ ਯਾਦ ਰੱਖ ਲੈਣੀ ਜੇ ਸਿੱਖੀ ਨੂੰ ਸਮਝਣਾ, ਅਕਾਲ ਪੁਰਖ ਦੇ ਕੋਈ ਡੈਫੀਨੇਸ਼ਨ ਨਹੀਂ, ਮਹਿਮਾ ਜ਼ਰੂਰ ਹੈ। ਨਾਮ ਦੀ ਕੋਈ ਪਰਿਭਾਸ਼ਾ ਨਹੀਂ ਕਿ ਨਾਮ ਕੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜੋ ਹੈ ਨਾਮ ਦੀ ਮਹਿਮਾ ਹੈ, ਵਡਿਆਈ ਹੈ, ਅਤੇ ਨਾਲ ਇਹ ਵੀ ਕਹਿ ਦਿੱਤਾ ਇਹ ਵੀ ਪੂਰੀ ਨਹੀਂ ਕਰ ਸਕਦੇ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਇਹ ਕਹਿ ਦਿੱਤਾ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ। ਇਹ ਜੋ ਮੈਂ ਕੀਤਾ ਨਾ ਤੇਰੇ ਲਾਲੇ ਕਿਆ ਚਤਰਾਏ। ਸਾਹਿਬ ਕਾ ਹੁਕਮ ਨਾ ਕਰਨਾ ਜਾਏ। ਮੈਂ ਤੇਰੀ ਵਡਿਆਈ ਕਰ ਨਹੀਂ ਸਕਦਾ। ਕਿਹਾ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹ ਕਹਾਣੀ। ਹੁਣ ਕੋਈ ਪੁੱਛੇ ਜੇ ਅਕਥ ਹੈ, ਕਥਿਆ ਜਾਂਦਾ ਹੀ ਨਹੀਂ ਤੇ ਕਥਨ ਫਿਰ ਕਰਦੇ ਕਿਉਂ ਹੋ? ਉਹ ਕਹਿੰਦੇ ਨੇ ਅੰਤ ਤੇ ਨਹੀਂ ਆਉਣਾ ਪਰ ਲੀਨ ਉਸ ਵਿੱਚ ਹੋ ਸਕਦੇ ਹੋ। ਲੀਨ ਹੋ ਜਾਓਗੇ। ਬੂੰਦ ਸਾਗਰ ਦਾ ਅੰਤ ਨਹੀਂ ਪਾ ਸਕਦੀ, ਲੇਕਿਨ ਸਾਗਰ ਵਿੱਚ ਲੀਨ ਤੇ ਹੋ ਸਕਦੀ ਹੈ। ਸਿੱਖ ਧਰਮ ਹੈ ਕੁਰਬਾਨ ਹੋਣ ਦਾ ਧਰਮ। ਜਿਵੇਂ ਕਿਹਾ ਵਾਰ ਨੇ ਬਲਹਾਰ ਨੇ ਲੱਖ ਬਰੀਆ। ਮੈਂ ਸਦਕੇ ਹੋਵਾਂ, ਕਹਿੰਦੇ ਨੇ ਹੋ ਵਾਰੀ ਵੰਜਾਂ ਘੋਲੀ ਵੰਜਾਂ ਤੂੰ ਪਰਬਤ ਮੇਰਾ ਓਲਾ ਰਾਮ। ਵਾਰਿਆ ਨਾ ਜਾਵਾਂ ਏਕ ਵਾਰ, ਮੈਂ ਬਹੁਤੇ ਅਡੰਬਰਾਂ ਨਾਲੋਂ ਤੇਰੇ ਤੋਂ ਸਦਕੇ ਹੋ ਜਾਵਾਂ, ਤੇਰੇ ਤੋਂ ਕੁਰਬਾਨ ਹੋ ਜਾਵਾਂ। ਹੁਣ ਜੋ ਕਰਦੇ ਹਨ ਇਹ ਹੈ ਕਿ ਬੰਦੇ ਨੂੰ ਕਰਮ ਫਲ ਦੀ ਵੀ ਆਸ ਹੈ, ਬਲਕਿ ਪਹਿਲੇ ਤੈਅ ਕਰਦਾ ਹੈ ਕਿ ਕੰਮ ਕਰਾਂਗਾ ਮੈਨੂੰ ਮਿਲੇਗਾ ਕਿ, ਇੰਨੇ ਘੰਟੇ ਕੰਮ ਕਰਾਂਗਾ ਮਿਲੇਗਾ ਕਿ, ਤੈਅ ਹੈ। ਪਰ ਇੱਥੇ ਜਿਹੜੀ ਕਰਮ ਦੀ ਗੱਲ ਹੈ ਨਾ ਇਹ ਤੈਅ ਨਹੀਂ। ਇੱਥੇ ਹੈ ਕਰਮ ਕਰਾਂਗਾ ਫਲ ਉਸ ਮਾਲਕ ਦੇ ਹੱਥ ਵਿੱਚ ਆ। ਜੋ ਦੇਵੇਗਾ ਉਹਦੀ ਕਿਰਪਾ ਮੇਰੇ ਵਾਸਤੇ ਪ੍ਰਵਾਨ ਆ। ਮੈਂ ਕਬੂਲ ਕਰਦਾ ਜੋ ਮੇਰੀ ਝੋਲੀ ਵਿੱਚ ਖੈਰ ਪਾਵੇਂਗਾ ਦਾਤਾ ਉਹ ਤੇਰੀ ਮਿਹਰ। ਇੱਥੇ ਤਾਂ ਕਹਿ ਦਿੱਤਾ ਧੀਰਜ ਦੇ ਦੇਵੇਂ ਤੇ ਤੇਰੀ ਕਿਰਪਾ, ਤੇ ਜੇ ਧੱਕਾ ਮਾਰ ਦੇਵੇਂ ਤਾਂ ਵੀ ਤੇਰੀ ਕਿਰਪਾ। ਜੇ ਦਰ ਮੰਗਤ ਕੂਕ ਕਰ ਮੈਲੇ ਖਸਮ ਸੁਣ, ਭਾਵੇਂ ਧੀਰਕ ਭਾਵੇਂ ਧੱਕਾ। ਏਕ ਵਡਾਈ ਦੇ ਧੱਕਾ ਵੀ ਵਡਿਆਈ ਮੇਰੇ ਵਾਸਤੇ। ਇੱਥੇ ਕਿਹਾ ਹੈ ਦਾਤਾ ਮੈਂ ਸਦਕੇ ਕਿਉਂ ਨਾ ਹੋ ਜਾਵਾਂ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਨਿਰੰਕਾਰ ਸ਼ਬਦ ਵੱਲ ਧਿਆਨ ਦੇਣਾ। ਨਿਰੰਕਾਰ ਦਾ ਅਰਥ ਹੈ ਨਿਰਆਕਾਰ, ਜਿਸ ਦਾ ਆਕਾਰ ਹੀ ਕੋਈ ਨਹੀਂ। ਜਿਸ ਦਾ ਆਕਾਰ ਹੀ ਕੋਈ ਨਹੀਂ ਉਸ ਨੂੰ ਮਿਟਾਏਗਾ ਕੋਕੀ। ਆਕਾਰ ਤੇ ਮਿਟਾਇਆ ਜਾਏਗਾ, ਨਿਰੰਕਾਰ ਤੇ ਸਦਾ ਸਲਾਮਤ ਹੈ। ਵੇਖੋ ਜੋ ਦਿਸਦਾ ਹੈ ਨਾ, ਜੋ ਸਾਨੂੰ ਨਜ਼ਰ ਆ ਰਿਹਾ ਆਕਾਰ ਹੈ, ਤੇ ਜੋ ਦਿਸਦਾ ਕਮਾਲ ਗੱਲ ਹੈ ਕਿ ਅਣਦਿਸਦੇ ਦੇ ਆਸਰੇ ਹੈ। ਤੁਹਾਨੂੰ ਰੁੱਖ ਦਿਸਦਾ, ਤਣਾ ਦਿਸਦਾ, ਪੱਤੇ ਦਿਸਦੇ ਨੇ, ਟਾਹਣੀਆਂ ਦਿਸਦੀਆਂ ਨੇ, ਜੜ੍ਹਾਂ ਨਹੀਂ ਦਿਸਦੀਆਂ। ਜੜ੍ਹਾਂ ਗੁਪਤ ਨੇ। ਜਿਸ ਦੇ ਆਸਰੇ ਸੰਸਾਰ ਹੈ ਉਹ ਨਿਰਾਕਾਰ ਹੈ। ਉਹ ਨਜ਼ਰ ਨਹੀਂ ਆਉਂਦਾ, ਉਹ ਪਕੜ ਵਿੱਚ ਨਹੀਂ ਆਉਂਦਾ। ਲੇਕਿਨ ਕੱਲ੍ਹ ਤੁਸੀਂ ਸੁਣਿਆ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਅੱਜ ਅੱਗੇ ਆਰੰਭ ਕੀਤਾ ਕਿ ਥੋੜਾ ਜਪ ਕਰਕੇ ਕਿਤੇ ਗੁਮਾਨ ਨਾ ਕਰ ਲੈਣ। ਤੂੰ ਵੇਖਣਾ ਸੀ ਕਿ ਜਪ ਨਾਲ ਹੋਇਆ ਕੀ ਹੈ, ਨਹੀਂ। ਇਹ ਵੇਖਣ ਦੀ ਬਜਾਏ ਕਿ ਮਨ ਵਿੱਚ ਕੀ ਤਬਦੀਲੀ ਹੋਈ, ਮਨ ਦੀ ਕੀ ਘਾੜਤ ਘੜੀ ਗਈ। ਨਹੀਂ, ਬੰਦਾ ਗਿਣਨ ਲੱਗ ਪਿਆ ਕਿੰਨੇ ਹੋ ਗਏ।
ਜਪ ਗਿਣਨੇ ਸ਼ੁਰੂ ਨਾ ਕਰ, ਲੇਖਾ ਛੋੜ ਅਲੇਖਾ ਛੂਟਾ, ਹਮ ਨਿਰਗੁਣ ਲਿਹੋ ਅਵਾਰ। ਮੈਨੂੰ ਇੱਕ ਸੂਫੀ ਸੰਤ ਦੀ ਗੱਲ ਯਾਦ ਆਈ। ਸਾਈਂ ਬੁੱਲੇ ਸ਼ਾਹ ਪੀਰ ਨੇ ਭੇਜਿਆ ਜਾਂ ਦੁੱਧ ਲੈ ਕੇ ਆ, ਤੇ ਦੁੱਧ ਲੈਣ ਵਾਲਿਆਂ ਦੀ ਲਾਈਨ ਲੱਗੀ ਸੀ ਅੱਗੇ। ਇਹ ਉਹਨੇ ਤਸਬੀਹ ਫੜੀ ਹੈ ਮਾਲਾ, ਤੇ ਕਹਿਣ ਲੱਗਾ ਮਾਈ ਮੈਨੂੰ ਪਹਿਲੇ ਦੇ, ਮੈਂ ਫਕੀਰ ਹਾਂ। ਉਹ ਕਹਿਣ ਲੱਗੇ ਲਾਈਨ 'ਚ ਲੱਗ ਜਾ, ਇੱਥੇ ਸਭ ਮੇਰੇ ਵਾਸਤੇ ਇੱਕ ਜੈਸੇ ਹੀ ਨੇ। ਇੱਕ ਆਇਆ ਬੱਚਾ, ਤੇ ਮਾਈ ਨੇ ਸਭ ਤੋਂ ਪਹਿਲੋਂ ਉਹ 2-4 ਡੋਲੂ ਭਰੇ, ਉਹਨੂੰ ਪਾ ਦਿੱਤਾ ਔਰ ਪੈਸੇ ਵੀ ਨਹੀਂ ਲੈ। ਕਹਿਣ ਲੱਗੇ ਮਾਈ ਕੋਈ ਇਨਸਾਫ ਹੈ? ਤੂੰ ਦੱਸ, ਪਿੱਛੋਂ ਆਇਆ, ਮੈਨੂੰ ਤੇ ਫਕੀਰ ਨੂੰ ਰੋਕਿਆ, ਇਹ ਪਿੱਛੋਂ ਆਇਆ, ਉਹਨੂੰ ਦੁੱਧ ਵੀ ਦਿੱਤਾ, ਪੈਸੇ ਵੀ ਨਹੀਂ ਲਏ। ਕਹਿਣ ਲੱਗੇ ਲੇਖੇ ਹੁੰਦੇ ਨੇ ਬਗਾਨਿਆਂ ਨਾਲ, ਇਹ ਹੈ ਮੇਰਾ ਆਪਣਾ, ਤੇ ਆਪਣਿਆਂ ਨਾਲ ਕਾਹਦੇ ਲੇਖੇ? ਇਹ ਤੇ ਮੇਰਾ ਪੁੱਤਰ ਹੈ, ਆਪਣਿਆਂ ਨਾਲ ਕਾਹਦਾ ਲੇਖਾ? ਲੇਖੇ ਬਗਾਨਿਆਂ ਨਾਲ। ਇਹਨੇ ਮਾਲਾ ਸੁੱਟ ਦਿੱਤੀ। ਸੁੱਟ ਕੇ ਕਹਿਣ ਲੱਗਾ ਮੈਂ ਆਪਣੇ ਨਾਲ ਲੇਖਾ ਕਰ ਰਿਹਾ, ਲੇਖੇ ਤੇ ਹੁੰਦੇ ਨੇ ਬਗਾਨਿਆਂ ਨਾਲ। ਗੁਰੂ ਸਾਹਿਬ ਕਹਿੰਦੇ ਨੇ ਜਪ ਕਰਕੇ ਗਿਣਨਾ ਸ਼ੁਰੂ ਨਾ ਕਰ ਦੇਵੀਂ। ਮੈਂ ਜਪ ਕੀਤਾ ਨਹੀਂ, ਕਹਿੰਦੇ ਨੇ ਅਸੰਖ ਜਪ, ਗਿਣੇ ਹੀ ਨਹੀਂ ਜਾਂਦੇ ਜਪ ਕਰਨ ਵਾਲੇ ਕਿੰਨੇ ਤੇਰੇ ਤੋਂ ਪਹਿਲੇ ਹੋ ਗਏ। ਜਪ ਕਰ ਕਰਕੇ ਚਲੇ ਗਏ। ਵੇਖੋ ਜਪ ਤੇ ਕਰਨਾ, ਰਸਨਾ ਦਾ ਕਰਨਾ। ਬਾਣੀ 'ਚ ਐਸਾ ਲਿਖਿਆ ਹੋਇਆ ਹੈ, ਰਸਨਾ ਜਪਣਾ ਨਾਮ ਤਿਲ ਤਿਲ ਕਰ ਕਟਿਆ। ਰਸਨਾ ਤੋਂ ਬਾਅਦ ਇਹ ਉਪਾਸ, ਬੁੱਲ ਹਿਲ ਰਹੇ ਨੇ। ਇਸ ਤੋਂ ਅੱਗੇ ਹੈ ਮਨਸ ਜਪ ਮਨ ਸਤਨਾਮ, ਸਦਾ ਸਤਨਾਮ। ਪਰ ਇਹ ਜ਼ਰੂਰ ਯਾਦ ਰੱਖਣਾ, ਐਸੀ ਵਿਆਖਿਆ ਵੀ ਮੈਂ ਸੁਣੀ ਹੈ ਕਿ ਜਿਸ ਰਸਤੇ ਤੂੰ ਜਾ ਰਿਹਾ ਹੈ ਇਹ ਹੀ ਰਸਤਾ ਨਹੀਂ, ਅਣਗਿਣਤ ਰਸਤੇ ਉਸਦੇ ਘਰ ਨੂੰ ਜਾਂਦੇ। ਤੇਰੇ ਤੋਂ ਪਹਿਲੇ ਅਨੇਕਾਂ ਗਏ। ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ, ਸਰਵਣ ਕਰੋ। ਉਹ ਕਹਿੰਦੇ ਨੇ ਪਤਾ ਨਹੀਂ ਕਿਹਦੀ ਗੱਲ ਉਸ ਨੂੰ ਭਾ ਜਾਣੀ ਹੈ। ਜਾਣੋ ਨਾਹੀਂ ਭਾਵੈ ਕਮਨ ਬਾਤਾ, ਮਨ ਖੋਜ ਮਾਰਗ। ਧਿਆਨੀ ਧਿਆਨ ਲਾ ਮੈਂ, ਗਿਆਨੀ ਗਿਆਨ ਕਮਾਵਾਂ, ਪ੍ਰਭ ਕਿ ਨਹੀਂ ਜਾਤਾ। ਕੋਈ ਪਤਾ ਨਹੀਂ ਕਿਸ ਤੇ ਰੀਝ ਜਾਏ, ਤੂੰ ਗਿਣਦਾ ਹੀ ਰਹਿ ਜਾਏ, ਉਹ ਕਿਸੇ ਹੋਰ ਤੇ ਰੀਝ ਜਾਏ। ਔਰ ਐਸਾ ਹੋਇਆ। ਬਾਬਾ ਫਰੀਦ ਦਾ ਜਿੱਥੇ ਟਿਕਾਣਾ ਸੀ ਨਾ, ਪਾਕ ਪਟਨ, ਗੁਰੂ ਨਾਨਕ ਦੇਵ ਉੱਥੇ ਗਏ ਨੇ। ਇੱਥੇ ਵੇਖਿਆ ਕਿ ਸੰਗਲ ਪਾ ਕੇ ਇੱਕ ਤਪਸਵੀ ਪੈਰਾਂ ਨੂੰ ਸੰਗਲ ਪਾ ਕੇ ਖੂਹ 'ਚ ਲਟਕਿਆ, ਪੁੱਠਾ ਲਟਕਿਆ। ਤੇ ਇੱਕ ਚਰਵਾਹਾ ਸੀ ਕੋਲ, ਉਹ ਕਹਿਣ ਲੱਗਾ ਇਹ ਕੀ ਕਰ ਰਹੇ ਹੈ? ਕਹਿਣ ਲੱਗਾ ਤਪ ਕੀਤਿਆਂ ਰੱਬ ਮਿਲਦਾ। ਕਹਿਣ ਲੱਗਾ ਤਪ ਕੀਤਿਆਂ ਰੱਬ ਮਿਲਦਾ ਤੇ ਮੈਂ ਵੀ ਫਿਰ ਕਰਾਂ, ਮੈਨੂੰ ਵੀ ਰੱਬ ਮਿਲੇ। ਉਹਨੇ ਕੀ ਕੀਤਾ, ਘਾਹ ਦਾ ਰੱਸਾ ਉਹ ਲੱਤਾਂ ਨੂੰ ਬੰਨਿਆ ਤੇ ਬੰਨ ਕੇ ਲਟਕ ਗਿਆ। ਉਹ ਕਹਿਣ ਲੱਗਾ ਉਹ ਰੱਸਾ ਟੁੱਟ ਜਾਏਗਾ, ਤੂੰ ਮਰ ਜਾਏਗਾ। ਕਹਿਣ ਲੱਗਾ ਜੇ ਹੈ ਤੇ ਟੁੱਟਣ ਤੋਂ ਪਹਿਲੇ ਪਹਿਲੇ ਆਏਗਾ ਨਾ, ਜੇ ਉਹ ਹੈ ਤੇ ਰੱਸਾ ਟੁੱਟਣ ਤੋਂ ਪਹਿਲੇ ਆ ਜਾਏਗਾ। ਕਹਿੰਦੇ ਨੇ ਗੁਰੂ ਨਾਨਕ ਦੇਵ ਆ ਗਏ। ਮਰਦਾਨਾ ਕਹਿਣ ਲੱਗੇ ਆ ਗਿਆ ਹੀ, ਨਿਕਲਿਆ ਬਾਹਰ। ਜਿਸ ਨੂੰ ਢੂੰਡਣਾ ਹੈ, ਸਤਿਗੁਰਾਂ ਨੇ ਕਿਹਾ ਪੁੱਠੇ ਲਟਕਣ ਦੀ ਲੋੜ ਨਹੀਂ, ਸੁਰਤ ਸਿੱਧੀ ਕਰਨ ਦੀ ਜ਼ਰੂਰਤ ਆ। ਆਪਣੀ ਸੁਰਤ ਸਿੱਧੀ ਕਰ, ਪੁੱਠਾ ਨਾ ਲਟਕ। ਅਨੇਕਾਂ ਤਪ ਕਰ ਕਰਕੇ ਚਲੇ ਗਏ। ਅਸੰਖ ਜਪ ਅਸੰਖ ਭਾਵ। ਅਸੰਖ ਦਾ ਅਰਥ ਹੁੰਦਾ ਸੰਖਿਆ ਤੋਂ ਪਰਾਂ, ਜਿਸ ਦੀ ਕੋਈ ਗਿਣਤੀ ਨਹੀਂ। ਅਸੰਖ ਜਪ, ਬੇਅੰਤੀ ਜਾਪ ਕਰਨ ਵਾਲੇ, ਕੋਈ ਗਿਣੇ ਨਹੀਂ ਜਾਂਦੇ। ਅਨੇਕਾਂ ਪ੍ਰੇਮ ਕਰਨ ਵਾਲੇ। ਅਸੰਖ ਪੂਜਾ, ਪੂਜਾ ਦਾ ਢੰਗ ਵੀ ਇੱਕ ਨਹੀਂ। ਹੁਣ ਪੂਜਾ ਕਰਨ ਵਾਲਾ ਕੋਈ, ਕਿਸੇ ਦਾ ਕੋਈ ਢੰਗ ਹੈ, ਕਿਸੇ ਦਾ ਕੋਈ ਢੰਗ ਹੈ, ਕਿਸੇ ਦਾ ਕੋਈ। ਬੇਅੰਤ ਪੂਜਾ, ਸੰਖ ਤਪ ਤਾਓ। ਤਪ ਤਾਉਣਾ ਅਸੀਂ ਇੱਕ ਤਪ ਹੀ ਜਾਣਦੇ, ਅੱਗ ਨੂੰ, ਅੱਗ ਨਾਲ ਤਪਣਾ। ਵੈਸੇ ਤਪ ਦਾ ਅਰਥ ਹੈ ਦੁੱਖ, ਆਪਣੇ ਆਪ ਨੂੰ ਦੁਖੀ ਕਰਨਾ। ਮੈਂ ਐਸੇ ਬੰਦੇ ਵੇਖੇ ਨੇ ਔਰ ਉਹਨਾਂ ਨਾਲ ਗੱਲਬਾਤ ਵੀ ਕੀਤੀ। ਉਸ ਬੰਦੇ ਦੇ ਹੱਥ ਤੇ ਜ਼ਖਮ ਸੀ। ਮੈਂ ਪੁੱਛਿਆ ਇਹ ਜ਼ਖਮ ਤੇਰਾ
ਇਹ ਕਿਵੇਂ ਹੋਇਆ? ਕਹਿਣ ਲੱਗਾ ਜੀ ਜ਼ਖਮ ਨਹੀਂ, ਮੈਂ ਥੋੜਾ ਥੋੜਾ ਮਾਸ ਕੱਟ ਕੇ ਆਹੂਤੀ ਦੇਣਾ, ਆਪਣਾ ਮਾਸ ਕੱਟਣਾ ਤੇ ਆਹੂਤੀ ਪਾਉਣਾ। ਮੈਨੂੰ ਸੁਖਮਨੀ ਸਾਹਿਬ ਦਾ ਵਚਨ ਯਾਦ ਆਇਆ, ਅਗਨ ਮਾਹੇ ਹੋਮਤ ਪ੍ਰਾਣ। ਸੁਖਮਨੀ ਸੁਸਾਇਟੀਆਂ ਤੇ ਬਹੁਤ ਨੇ, ਲੇਕਿਨ ਕੁਛ ਪਾਠਾਂ ਵਾਲਾ ਸੀ ਧਿਆਨ ਅਜੇ ਤੱਕ ਵੀ ਨਹੀਂ ਦਿੱਤਾ। ਮੈਂ ਜਦੋਂ ਇਹ ਪਾਠ ਸੁਣਿਆ ਨਾ, ਪੁੰਨ ਦਾਨ ਹਉਮੈ ਬਹੁ ਰਤਨ, ਹਉਮੈ ਤੇ ਹੰਕਾਰ ਹੁੰਦਾ। ਇੱਥੇ ਇੱਕ ਹੋੜਾ ਬੋਲਣਾ ਹਉਮੈ, ਹੋਮ ਕਰਨਾ। ਉਸਨੇ ਬਹੁਤ ਸਾਰਾ ਘਿਓ ਹੋਮ ਕਰ ਦਿੱਤਾ। ਨਿਮਖ ਨਿਮਖ ਕਰ ਸਰੀਰ ਕਟਾਵੇ, ਤੋ ਵੀ ਹਉਮੈ ਮੈਲ ਨਾ ਜਾਵੇ। ਹਉਮੈ ਦੀ ਮੈਲ ਤਾਂ ਵੀ ਨਹੀਂ ਜਾਂਦੀ। ਸਤਿਗੁਰੂ ਫਰਮਾ ਰਹੇ ਨੇ, ਭਾਈ ਬਹੁਤ ਤੂੰ ਤਪ ਤਪਿਆ, ਆਪਣੇ ਆਪ ਨੂੰ ਤਪਾਇਆ। ਇਹ ਗਰਮੀ 'ਚ ਨਹੀਂ ਤਪਣਾ, ਠੰਡੇ ਪਾਣੀ 'ਚ ਖਲੋਣਾ ਉਹ ਵੀ ਤਪ ਹੈ, ਪੁੱਠੇ ਲਟਕਣਾ ਇਹ ਵੀ ਤਪ ਹੈ, ਭੁੱਖੇ ਰਹਿਣਾ ਇਹ ਵੀ ਤਪ ਹੈ। ਸਰੀਰ ਨੂੰ ਇਹ ਵੈਸੇ ਸ਼ੁਰੂ ਇੱਥੋਂ ਹੋਇਆ ਸੀ। ਦੁੱਖ ਵਿੱਚ ਮੈਨੂੰ ਰੱਬ ਯਾਦ ਆਉਂਦਾ ਕਿ ਨਹੀਂ ਆਉਂਦਾ? ਮੈਂ ਆਪਣੇ ਦੁੱਖ ਪੈਦਾ ਕਰ ਲਵਾਂ, ਜੇ ਨਹੀਂ ਪੈਦਾ ਕਰਾਂ, ਭੁੱਖਾ ਰਹਾਂ, ਦੁੱਖ ਪੈਦਾ ਕਰਾਂ। ਸਾਹਿਬ ਕਹਿੰਦੇ ਨੇ ਅਸੰਖ ਤਪਤਾਓ, ਤਪਾਂ ਦਾ ਤਪਣਾ, ਆਪਣੇ ਆਪ ਨੂੰ ਦੁਖੀ ਕਰਨਾ। ਅਸੰਖ ਗ੍ਰੰਥ ਮੁਖ ਵੇਦ ਪਾਠ, ਇੱਕ ਗ੍ਰੰਥ ਪੜ੍ਹ ਕੇ ਗੁਮਾਨ ਨਾ ਕਰ ਲੈ। ਇੱਕ ਵਿਦਵਾਨ ਦੀ ਮੈਨੂੰ ਗੱਲ ਯਾਦ ਆਉਂਦੀ ਹੈ, ਕਿਤੇ ਕਿਤੇ ਗੱਲਾਂ ਹੁੰਦੀਆਂ ਨੇ ਉਹ ਯਾਦ ਰਹਿ ਜਾਂਦੀਆਂ ਨੇ। 3 ਡਿਗਰੀਆਂ ਸਨ ਉਸਦੇ ਪਾਸ ਤੇ 7 ਭਾਸ਼ਾ ਬੋਲ ਲੈਂਦਾ ਸੀ। ਮੈਂ ਉਹਨੂੰ ਕਿਹਾ ਬੜਾ ਵਿਦਵਾਨ ਹੈ ਤੂੰ, ਤੈਨੂੰ 7 ਭਾਸ਼ਾ। ਉਹ ਚੀਨੀਆਂ ਕੋਲ ਜਾਏ ਉੱਥੇ ਗੱਲ ਕਰ ਲਵੇ, ਜਾਪਾਨੀਆਂ ਕੋਲ ਜਾਏ ਉੱਥੇ ਗੱਲ ਕਰਨ, ਮੈਂ ਨਾਲ ਸਾਂ। ਮੈਨੂੰ ਕਹਿਣ ਲੱਗਾ ਗਿਆਨੀ ਜੀ ਕੁਛ ਵੀ ਨਹੀਂ, ਮੈਂ ਕੁਛ ਗ੍ਰੰਥ ਪੜ੍ਹੇ ਨੇ ਤੇ ਬਾਕੀ ਕਿੰਨੇ ਨੇ ਜਿਹੜੇ ਮੈਂ ਅਜੇ ਨਹੀਂ ਪੜ੍ਹੇ। ਮੇਰੀ ਅਗਿਆਨਤਾ ਕਿੰਨੀ ਹੈ, ਗਿਆਨ ਤੇ ਮੇਰਾ ਬਹੁਤ ਥੋੜਾ। ਅਜੇ ਕਿੰਨੀਆਂ ਭਾਸ਼ਾ ਨੇ? 7 ਹੀ ਭਾਸ਼ਾ ਨੇ ਸੰਸਾਰ ਵਿੱਚ। ਕਿੰਨੀਆਂ ਨੇ ਜਿਹੜੀਆਂ ਮੈਨੂੰ ਨਹੀਂ ਆਉਂਦੀਆਂ? ਸੰਖ ਗ੍ਰੰਥ ਮੁਖ ਵੇਦ ਪਾਠ ਅਨੇਕਾਂ ਜੋ ਨੇ ਜਿਹੜੇ ਮੂੰਹ ਜ਼ੁਬਾਨੀ ਵੇਖ ਕੇ ਵੀ ਨਹੀਂ, ਉਹਨਾਂ ਨੂੰ ਜ਼ੁਬਾਨੀ ਯਾਦ ਹੈ ਤੇ ਗ੍ਰੰਥਾਂ ਦਾ ਪਾਠ ਕਰ ਲੈਂਦੇ ਨੇ। ਅਸੰਖ ਜੋਗ ਮਨ ਰਹੇ ਉਦਾਸ। ਅਨੇਕਾਂ ਐਸੇ ਨੇ ਯੋਗ ਸਾਧਨਾ ਕਰਦੇ ਨੇ ਤੇ ਮਨ ਵਿੱਚ ਉਦਾਸ ਰਹਿੰਦੇ ਨੇ, ਉਹ ਕਿਸੇ ਨਾਲ ਹੱਸ ਕੇ ਬੋਲ ਵੀ ਨਹੀਂ ਸਕਦੇ। ਸਾਡੇ ਦੇਸ਼ ਵਿੱਚ ਐਸੀਆਂ ਸੰਪਰਦਾਵਾਂ ਨੇ, ਸਾਧੂ ਹੱਸ ਪਵੇ ਤੇ ਉਹ ਸਾਧੂ ਗੁਨਾਹਗਾਰ ਆ। ਉਸ ਦੀ ਸਾਧਨਾ 'ਚ ਫਰਕ ਪੈ ਗਿਆ, ਹੱਸਿਆ ਕਿਉਂ? ਐਸੇ ਐਸੇ ਸਾਧੂ ਜਿਹੜੇ ਉਦਾਸ। ਮੈਂ ਬ੍ਰਹਮਾ ਦੇ ਮਾਨਸ ਪੁੱਤਰਾਂ ਬਾਰੇ ਪੜ੍ਹਿਆ, 4 ਸਨ। ਉਹ ਸੰਤ ਕੁਮਾਰ ਆਦਿਕ ਰਹਿੰਦੇ ਵੀ ਇਕੱਠੇ ਸਨ। ਇੱਕ ਰੁੱਖ ਥੱਲੇ 2 ਰਾਤਾਂ ਨਹੀਂ ਰਹਿਣਾ। ਉਹ ਕਹਿੰਦੇ ਸਨ ਮੋਹ ਨਾ ਪੈਦਾ ਹੋ ਜਾਏ। ਸੁਖਦੇਵ ਬਾਰੇ ਵੀ ਐਸਾ ਸੀ, ਮਨ ਵਿੱਚ ਉਦਾਸ ਰਹਿਣਾ। ਜੇ ਉਹਨਾਂ ਨੇ ਭੋਜਨ ਵੀ ਕਰਨਾ ਤੇ ਇੰਝ ਜਿਵੇਂ ਕੋਈ ਮਿੱਟੀ ਖਾ ਰਿਹਾ, ਭਾਵ ਕੋਈ ਰਸ ਲੈ ਕੇ ਭੋਜਨ ਨਹੀਂ ਕਰਨਾ, ਉਦਾਸ ਰਹਿਣਾ। ਕਿਸੇ ਘਰ 'ਚ ਨਹੀਂ ਰਹਿਣਾ, ਰੁੱਖ ਤੇ ਇੱਕ ਰੁੱਖ ਥੱਲੇ 2 ਦਿਨ ਨਹੀਂ ਰਹਿਣਾ, ਕਿਤੇ ਮੋਹ ਨਾ ਪੈਦਾ ਹੋ ਜਾਏ। ਅਸੰਖ ਭਗਤ ਗੁਣ ਗਿਆਨ ਵਿਚਾਰ। ਅਨੇਕਾਂ ਭਗਤ ਨੇ, ਅਸੰਖਾਂ ਹੀ ਨੇ, ਉਹਦਾ ਕੋਈ ਇੱਕ ਭਗਤ ਨਹੀਂ। ਕਹਿੰਦੇ ਨੇ ਉਸ ਤੇ ਦਰ ਤੇ ਕਿੰਨੇ ਨੇ, ਉਹ ਤੇ ਗਿਣੇ ਨਹੀਂ ਜਾਂਦੇ। ਅਸੰਖ ਭਗਤ ਗੁਣ ਗਿਆਨ ਵਿਚਾਰ। ਉਸ ਤੇ ਗੁਣਾਂ ਦਾ ਗਿਆਨ ਦੁਆਰਾ ਵਿਚਾਰ ਕਰਦੇ। ਪਰਮਾਤਮਾ ਕਿੱਡਾ ਵੱਡਾ ਗਿਆਨੀ ਹੈ, ਅਸੀਂ ਤੇ ਗਿਆਨ ਦਾ ਗੁਮਾਨ ਕਰਨੇ ਆ। ਗਿਆਨ ਤੇ ਉਸ ਦੀ ਦਾਤ ਆ। ਜਾਪ ਸਾਹਿਬ ਦੀ ਇੱਕ ਪੰਕਤੀ ਵੱਲ ਧਿਆਨ ਦਿੱਤਾ ਹੋਵੇਗਾ। ਅੰਮ੍ਰਿਤਧਾਰੀ ਗੁਰਸਿੱਖ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਨੇ, ਸਾਹਿਬ ਦਿਮਾਗ ਹੈ ਕਿ ਹੁਸਨਲ ਚਰਾਗ ਹੈ। ਹੁਸਨ ਦੀ ਮੂਰਤੀ ਹੈ, ਦਾਤਾ ਤੂੰ ਗਿਆਨ ਦਾ ਭੰਡਾਰ ਹੈ, ਦਿਮਾਗ ਦਾ ਤੂੰ ਸਾਹਿਬ ਹੈ। ਹਰ ਬੰਦੇ ਨੂੰ ਦਿਮਾਗ ਦਿੱਤਾ, ਗਿਆਨ ਦਿੱਤਾ। ਅਸੰਖ ਭਗਤ ਗੁਣ ਗਿਆਨ ਵਿਚਾਰ। ਅਸੰਖ ਸਤੀ ਅਸੰਖ ਦਾਤਾਰ। ਸਤੀ ਕਹਿੰਦੇ ਨੇ ਸਤਵਾਦੀ ਨੂੰ,
ਅੱਗੇ ਆ ਗਿਆ ਸ਼ਬਦ ਅਸੰਖ ਦਾ ਤਾਰ। ਕੁਛ ਦਾਨੀ ਤੇ ਐਸੇ ਨੇ ਦਾਨ ਕਰਕੇ ਰਿਕਵਰੀ ਚਾਹੁੰਦੇ ਨੇ। ਚਲੋ ਧਨ ਨਾ ਚਾਹੁਣ, ਇਹ ਚਾਹੁੰਦੇ ਨੇ ਇਸ ਨੂੰ ਦਾਨ ਦਿੱਤਿਆਂ ਮੇਰਾ ਦੁੱਖ ਟਲ ਜਾਏਗਾ। ਮੈਂ ਇਹਨੂੰ ਦਾਨ ਦਿੱਤਾ, ਜੇ ਬੁਖਾਰ ਮੈਨੂੰ ਚੜ੍ਹਨਾ ਤੇ ਇਹਨੂੰ ਚੜ੍ਹ ਜਾਏ। ਜੇਕਰ ਕੋਈ ਬਿਮਾਰੀ ਆਉਣੀ ਹੈ ਤੇ ਮੇਰੀ ਲੈ ਜਾਏ, ਕਿਉਂਕਿ ਮੈਂ ਦਾਨ ਕੀਤਾ, ਇਹਨੂੰ ਲੱਗ ਜਾਏ। ਇਹ ਭਾਵਨਾ ਬਣਨੀ। ਤੇ ਜੇ ਇਹ ਨਹੀਂ, ਘੱਟੋ ਘੱਟ ਉਹ ਥੈਂਕ ਯੂ ਤੇ ਆਖੇ, ਉਹ ਸ਼ੁਕਰਾਨਾ ਤੇ ਕਰੇ, ਤੂੰ ਮੈਨੂੰ ਕੁਛ ਦਿੱਤਾ। ਅਕਬਰ ਦੇ 9 ਰਤਨਾਂ ਵਿੱਚੋਂ ਇੱਕ ਸੀ ਵਜ਼ੀਰ ਸੀ, ਉਹ ਖਾਨ ਖਾਨਾ। ਇਹਦਾ ਨਾਂ ਅਸਲ ਹੈ ਰਹੀਮ। ਤਨਖਾਹ ਜਦੋਂ ਮਿਲਣੀ ਤੇ ਇਹਨੇ ਲੈ ਕੇ ਬੈਠ ਜਾਣਾ, ਗੁਜ਼ਾਰੇ ਲਈ ਰੱਖ ਕੇ ਲੈ ਕੇ ਬੈਠ ਜਾਣਾ। ਜਿਹੜਾ ਲੋੜਵੰਦ ਆਉਣਾ ਮੁੱਠ ਭਰਨੀ, ਬਿਨਾਂ ਗਿਣਿਆ ਮੁੱਠ ਭਰ ਕੇ ਉਹਨੂੰ ਦੇਣਾ। ਸਿਰ ਝੁਕਾ ਦੇਣਾ ਤੇ ਅੱਖਾਂ ਨੀਵੀਆਂ ਕਰ ਲੈਣੀਆਂ, ਅੱਖਾਂ ਬੰਦ ਕਰ ਲੈਣੀਆਂ। ਕਿਸੇ ਪੁੱਛਿਆ, ਰਹੀਮ ਦੇਣ ਵਾਲੇ ਤੇ ਸਿਰ ਉੱਚਾ ਕਰਦੇ ਨੇ, ਦੇਣ ਵਾਲੇ ਤੇ ਪਛਾਣਦੇ ਨੇ ਕਿ ਇਸ ਬੰਦੇ ਨੂੰ ਦਿੱਤਾ, ਕਿਤੇ ਮਿਲੇਗਾ ਤੇ ਮੇਰਾ ਅਹਿਸਾਨ ਯਾਦ ਰੱਖੇਗਾ। ਤੂੰ ਅੱਖਾਂ ਕਿਉਂ ਨੀਵੀਆਂ ਕਰਨਾ? ਕਹਿਣ ਲੱਗਾ, ਦੇਣਹਾਰ ਕੋਈ ਔਰ ਹੈ। ਮੈਂ ਅੱਖਾਂ ਤਾਂ ਨੀਵੀਆਂ ਕਰਨਾ ਕਿ ਮੈਂ ਦਾਤਾ ਨਹੀਂ। ਸੁਖਮਨੀ ਸਾਹਿਬ ਦਾ ਪਦਾ ਤੇ ਯਾਦ ਹੋਵੇਗਾ, ਜੇ ਕੋ ਹੋਏ ਬਹ ਦਾਤਾਰ ਤਿਸ ਦੇਣਹਾਰ ਜਾਣੇਗਾ ਵਾਰ। ਬੰਦੇ ਤੇਰਾ ਨਹੀਂ, ਜਿਹੜਾ ਤੂੰ ਦੇ ਰਿਹਾ ਦਾਤੇ ਦਾ ਦਿੱਤਾ ਹੋਇਆ। ਦੇਣਹਾਰ ਕੋਈ ਔਰ ਹੈ। ਭੇਜਤ ਹੈ ਦਿਨ ਰੈਨ ਲੋਗ ਭਰਮ ਮੁਝ ਪਰ ਕਰੇ ਤਾਂਤੇ ਮੀਚੇ ਨੈਣ। ਅੱਖਾਂ ਬੰਦ ਕੀਤੀਆਂ, ਮੈਨੂੰ ਕੋਈ ਦਾਤਾ ਨਾ ਕਹਿ ਦੇਵੇ, ਕਿਉਂਕਿ ਮੇਰਾ ਨਹੀਂ, ਉਸ ਮਾਲਕ ਦਾ ਬਖਸ਼ਿਆ ਹੋਇਆ, ਉਸ ਦਾ ਦਿੱਤਾ ਮੈਂ ਦੇ ਰਿਹਾ। ਮੈਂ ਤੇ ਸਿਰਫ ਇੰਨਾ ਕੁ ਕੰਮ ਕਰ ਰਿਹਾ ਕਿ ਮੈਨੂੰ ਵੰਡਣ ਤੇ ਜੇ ਉਸਨੇ ਬਿਠਾ ਦਿੱਤਾ, ਮੈਂ ਦੇ ਰਿਹਾ, ਉਸ ਦਾ ਦਿੱਤਾ ਦੇ ਰਿਹਾ, ਮੇਰਾ ਨਹੀਂ। ਅਸੰਖ ਸਤੇ ਅਸੰਖ ਦਾਤਾ ਅਨੇਕਾਂ ਸਤਵਾਦੀ। ਸਤਵਾਦੀ ਕੌਣ ਸਨ? ਏਡੇ ਵੱਡੇ ਦਾਨੀ ਕਿ ਪਰਿਵਾਰ ਹੀ ਦਾਨ ਕਰ ਦੇਣਾ। ਹਰੀ ਚੰਦ ਨੇ ਸਾਰਾ ਪਰਿਵਾਰ ਹੀ ਦਾਨ ਕਰ ਦਿੱਤਾ, ਰਾਜ ਦਾਨ ਕਰ ਦਿੱਤਾ। ਏਡਾ ਵੱਡਾ ਹੁਣ ਦਾਨੀ ਲੱਭਣਾ ਬੜਾ ਮੁਸ਼ਕਲ ਹੈ। ਪਰ ਗੁਰੂ ਨਾਨਕ ਦੇਵ ਦੇ ਵਿਚਾਰ ਮੈਂ ਤੁਹਾਨੂੰ ਸੁਣਾ ਦਿਆਂ। ਕਹਿੰਦੇ ਨੇ, ਹਰੀ ਚੰਦ ਦਾਨ ਕਰਿਆ ਜਸ ਲੇਵੈ, ਬਿਨ ਗੁਰ ਅੰਤ ਨਾ ਪਾਏ ਅਭੇਵੈ। ਹਰੀ ਚੰਦ ਦਾਨ ਕਰਦਾ ਤੇ ਉਸ ਦੇ ਇਵਜ਼ ਵਿੱਚ, ਰਿਕਵਰੀ ਵਿੱਚ ਯਸ ਲੈਂਦਾ। ਲੋਕੀ ਯਸ ਕਰਨ ਕਿ ਹਰੀ ਚੰਦ ਵਰਗਾ ਦਾਨੀ ਕੋਈ ਨਹੀਂ। ਕਹਿੰਦੇ ਨੇ ਇਹ ਦਾਨ ਕਰਕੇ ਯਸ ਲੈ ਲਿਆ, ਰੱਬ ਦਾ ਅੰਤ ਨਹੀਂ ਪਾ ਸਕਦਾ। ਹੋਇਆ ਕਿ ਅਖੀਰ ਇਹਦਾ ਦਾਨ ਪ੍ਰਵਾਨ ਹੋਇਆ ਤੇ ਪ੍ਰਮਾਤਮਾ ਨੇ ਕਿਹਾ, ਮੰਗ ਕੀ ਚਾਹਨਾ? ਕਹਿਣ ਲੱਗਾ, ਜੀ ਮੇਰੀ ਨਗਰੀ ਸਾਰੀ ਦੀ ਸਾਰੇ ਬੈਕੁੰਠ ਨੂੰ ਜਾਵੇ। ਇੱਕ ਕਥਾ ਐਸੀ ਲਿਖੀ ਹੈ, ਮੈਂ ਉਹ ਆਪ ਨੂੰ ਸੁਣਾ ਰਿਹਾ। ਕਹਿਣ ਲੱਗਾ, ਮੇਰੀ ਨਗਰੀ ਸਾਰੀ ਦੀ ਸਾਰੇ ਬੈਕੁੰਠ ਨੂੰ ਜਾਵੇ। ਪ੍ਰਮਾਤਮਾ ਨੇ ਕਿਹਾ, ਹਾਂ ਠੀਕ ਹੈ, ਮੈਂ ਕਬੂਲ ਕਰਦਾ ਤੇਰੀ ਨਗਰੀ ਜਾਵੇ, ਪਰ ਮੇਰੀ ਇੱਕ ਸ਼ਰਤ ਹੈ ਕਿ ਮੇਰੇ ਘਰ ਵਿੱਚ ਬਾਕੀ ਸਭ ਕੁਝ ਜਾ ਸਕਦਾ, ਹੰਕਾਰ ਨਹੀਂ ਜਾ ਸਕਦਾ, ਅਪਮਾਨ ਨਹੀਂ ਜਾ ਸਕਦਾ। ਕਹਿਣ ਲੱਗਾ, ਜੀ ਮੈਂ ਅਪਮਾਨ ਲਿਜਾਵਾਂਗਾ ਹੀ ਨਹੀਂ। ਕਹਿਣ ਲੱਗੇ, ਹੰਕਾਰ ਨਹੀਂ ਜਾ ਸਕਦਾ। ਹਰ ਜੀ ਹੰਕਾਰ ਨਾ ਭਾਵਈ ਵੇਦ ਕੂਕ ਸੁਣਾ ਮੈਂ। ਕਹਿੰਦੇ ਨੇ ਜਦੋਂ ਉੱਡਿਆ ਨਾ, ਹੁਣ ਨਗਰੀ ਜਾਣੀ ਸੀ ਤੇ ਨਾਲ ਗਧੇ ਵੀ ਨਾਲ ਹੀ ਉੱਡੇ ਜਾਣ। ਵੇਖ ਕੇ ਬੜਾ ਖੁਸ਼ ਹੋਇਆ। ਕਹਿਣ ਲੱਗਾ, ਅੱਜ ਤੱਕ ਦਾਨੀ ਤੇ ਬਹੁਤ ਹੋਏ, ਮੇਰੇ ਵਰਗਾ ਦਾਨੀ ਕੌਣ? ਇਸ ਨਗਰ ਦੇ ਖੋਤੇ ਵੀ ਮੁਕਤ ਹੋ ਰਹੇ ਨੇ, ਗਧੇ ਵੀ ਜਾ ਰਹੇ ਨੇ। ਕਹਿੰਦੇ ਨੇ ਉੱਥੇ ਹੀ ਅਟਕ ਗਿਆ। ਉਹਨਾਂ ਕਿਹਾ, ਹੰਕਾਰ ਮੇਰੇ ਘਰ ਨਹੀਂ ਜਾ ਸਕਦਾ। ਹਰ ਚੰਦੌਰੀ ਕਹਿੰਦੇ ਆ ਨਾ, ਇਹ ਹਰੀ ਦੀ ਨਗਰੀ ਉੱਥੇ ਹੀ ਹੈ। ਇੱਕ ਗੱਲ ਕਮਾਲ ਹੈ, ਚਲੋ ਕੋਈ ਵੀਜ਼ਾ ਨਾ ਦੇਵੇ, ਐਂਟਰੀ ਨਾ ਦੇਵੇ, ਡਿਪੋਰਟ ਕਰਕੇ ਵਾਪਸ ਤੇ ਭੇਜ ਦਿੰਦੇ ਨੇ, ਪਰ ਉਹਨੂੰ ਵਿਚਾਰੇ ਨੂੰ ਵਾਪਸ ਵੀ ਨਹੀਂ ਭੇਜਿਆ, ਉੱਥੇ ਹੀ ਲਟਕਿਆ।
ਹਰੀ ਚੰਦ ਦਾਨ ਕਰੈ ਜਸ ਲੇਵੈ, ਬਿਨ ਗੁਰ ਅੰਤ ਨਾ ਪਾਏ ਅਭੇਵੈ। ਅਭੇਵ ਦਾ ਅੰਤ ਜਿਹੜਾ ਕਿਵੇਂ ਪਾ ਸਕਦਾ? ਗੁਰੂ ਤੋਂ ਬਿਨਾਂ ਨਹੀਂ। ਗੁਰੂ ਹੁੰਦਾ ਸਿਰ ਤੇ ਉਹ ਜ਼ਰੂਰ ਕਹਿੰਦਾ ਭਲੇ ਪੁਰਖਾ ਤੂੰ ਕੁਛ ਵੀ ਨਹੀਂ ਕੀਤਾ, ਤੈਨੂੰ ਬਹਾਨਾ ਉਸਨੇ ਬਣਾਇਆ ਮੈਂ ਇੱਥੇ ਕਰਜ਼ ਕਰਾਂ। ਹੋ ਸਕੇ ਨਾ ਜੀਵਨ ਵਿੱਚ ਸ਼ਕਤੀ ਬੇਸ਼ੱਕ ਹੋਵੇ, ਤਾਕਤ ਕੋਲ ਹੋਵੇ, ਬੁਰਾ ਬਹਾਨਾ ਕਦੀ ਨਾ ਬਣੋ। ਕਿਸੇ ਦਾ ਬੁਰਾ ਕਰਨ ਵਾਸਤੇ ਬਹਾਨਾ ਕਦੀ ਨਾ ਬਣੋ। ਇੱਕ ਵਾਰ ਇੱਕ ਸਾਧੂ ਆਖੇ ਜਾਏ, ਜੋ ਕਰਦਾ ਰੱਬ ਕਰਦਾ, ਜੋ ਕਰਦਾ ਪ੍ਰਮਾਤਮਾ ਕਰਦਾ, ਜੋ ਕਰਦਾ ਨਿਰੰਕਾਰ ਕਰਦਾ। ਵੈਸੇ ਮੂਰਖਾਂ ਦਾ ਕੋਈ ਘਾਟਾ ਨਹੀਂ। ਅਗਲੀ ਪੌੜੀ ਆਉਣੀ ਹੈ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋ। ਇੱਕ ਮੂਰਖ ਨੇ ਸਿਰ 'ਚ ਡਾਂਗ ਮਾਰੀ ਤੇ ਖੂਨ ਵਹਿ ਤੁਰਿਆ। ਕਹਿਣ ਲੱਗਾ ਸਾਧੂ ਹੁਣ ਵੀ ਆਖ, ਜੋ ਕਰਦਾ ਰੱਬ ਕਰਦਾ। ਕਹਿਣ ਲੱਗਾ ਹੁਣ ਵੀ ਕਹਾਂਗਾ, ਜੋ ਕਰਦਾ ਰੱਬ ਕਰਦਾ ਤੇ ਮੇਰੇ ਵੱਲ ਕਿਉਂ ਵੇਖਣਾ? ਕਹਿਣ ਲੱਗਾ ਵੇਖ ਰਿਹਾ ਸਾਂ ਵਿੱਚ ਵਿਚਾਲੇ ਕਿਹਦਾ ਮੂੰਹ ਕਾਲਾ ਹੁੰਦਾ। ਕਰਦਾ ਤੇ ਰੱਬ ਹੈ, ਪਰ ਬੁਰਾ ਬਹਾਨਾ ਉਹ ਕੌਣ ਬਣਦਾ? ਬੁਰਾ ਬਹਾਨਾ ਭੁੱਲ ਕੇ ਨਾ ਬਣੀਏ, ਭਲਾ ਬਹਾਨਾ ਤੇ ਬਣ ਜਾਈਏ। ਕਿਸੇ ਦੇ ਪਰਦਾ ਕੱਜਣ ਲਈ ਬਹਾਨਾ ਬਣੇ, ਕਿਸੇ ਦਾ ਭਲਾ ਕਰਨ ਲਈ ਬੰਦਾ ਬਹਾਨਾ ਬਣੇ। ਮੂੰਹ ਬਚਨ ਨਿਕਲਣ ਜਿਸ ਨਾਲ ਕਿਸੇ ਦਾ ਭਲਾ ਹੋ ਜਾਏ। ਅੱਜ ਕਾਲੀਦਾਸ ਨੂੰ ਕਿਉਂ ਯਾਦ ਕਰਨੇ ਆ? ਰਾਜੇ ਭੋਜ ਦਾ ਵਜ਼ੀਰ ਸੀ, ਬਹੁਤ ਵੱਡਾ ਵਿਦਵਾਨ ਸੀ, ਇੱਕ ਬ੍ਰਾਹਮਣ। ਉਹ ਤੁਰਿਆ ਗੰਨੇ ਲੈ ਕੇ ਬਾਦਸ਼ਾਹ ਕੋਲ ਜਾਣਾ, ਭੇਟ ਲੈ ਕੇ ਜਾਣਾ, ਕੁਛ ਨਾ ਕੁਛ ਲੈ ਕੇ ਜਾਣਾ। ਬਾਦਸ਼ਾਹ ਕੋਲ ਖਾਲੀ ਨਹੀਂ। ਬੱਚੇ ਸ਼ੈਤਾਨ ਮਿਲੇ, ਉਹਨਾਂ ਕੀ ਕੀਤਾ? ਗੰਨੇ ਲੈ ਕੱਢ ਕੇ ਚੂਪੜੇ ਤੇ ਲੱਕੜੀਆਂ ਬਣ ਦਿੱਤੀਆਂ। ਹੁਣ ਹਨੇਰਾ ਸੀ, ਉਹ ਲੱਕੜੀਆਂ ਜਦੋਂ ਭੇਟਾਂ ਰੱਖੀਆਂ ਨਾ, ਰਾਜਾ ਭੋਜ ਨਾਰਾਜ਼ ਹੋ ਗਿਆ। ਕਹਿਣ ਲੱਗਾ ਮੇਰੇ ਸੰਸਕਾਰ ਲਈ ਲੱਕੜੀਆਂ ਲੈ ਕੇ ਆਏ ਆ, ਇਹਨੂੰ ਫਾਂਸੀ ਲਾਓ। ਕਾਲੀਦਾਸ ਕਹਿਣ ਲੱਗਾ ਨਹੀਂ ਬਾਦਸ਼ਾਹ, ਧਿਆਨ ਨਾਲ ਗੱਲ ਸੁਣ। ਉਸਨੇ ਤੇ ਕਿਹਾ ਕਿ ਮੈਂ ਗੰਨੇ ਲਿਆਂਦੇ ਸਨ, ਵਟਾਏ ਗਏ। ਕਹਿਣ ਲੱਗਾ ਨਹੀਂ, ਲੱਕੜੀਆਂ ਲਿਆਇਆ। ਲੱਕੜੀਆਂ ਸੀ ਕਿ ਪਾਂਡਵਾਂ ਨੇ ਬਨ ਜਿਹੜਾ ਖੰਡ ਬਣ ਜਿਹੜਾ ਸੀ ਉਹ ਸਾੜ ਦਿੱਤਾ, ਮਹੱਲ ਬਣਾ ਲੈ। ਇਹ ਲੈ ਕੇ ਆਇਆ ਤਾਂ ਕਿ ਦਲਿੱਦਰ ਸਾੜ ਦਿਓ, ਇਹਦਾ ਦਲਿੱਦਰ ਸਾੜ ਦਿਓ। ਬਾਦਸ਼ਾਹ ਖੁਸ਼ ਹੋ ਗਿਆ। ਕਾਲੀਦਾਸ ਇੱਕ ਬਹਾਨਾ ਬਣ ਗਿਆ। ਇੱਕ ਬੰਦਾ ਫਾਂਸੀ ਲੱਗ ਸਕਦਾ ਸੀ, ਉਹ ਬਚ ਗਿਆ। ਮੈਂ ਅਰਜ਼ ਕਰਾਂ ਭਲਾ ਬਹਾਨਾ ਬਣ। ਗੁਰੂ ਸਾਹਿਬ ਜੀ ਕਹਿੰਦੇ ਨੇ ਅਸੰਖ ਸਤੀ ਅਸੰਖ ਦਾਤਾਰ। ਅੱਗੇ ਹੋਰ ਗੱਲ ਗਈ ਹੈ, ਜੇ ਕੋਈ ਯੋਧਾ ਵੀ ਹੋਵੇ, ਸੂਰਮਾ ਹੋਵੇ, ਤਾਕਤ ਹੋਵੇ, ਬਲ ਹੋਵੇ, ਗੁਮਾਨ ਨਾ ਕਰੇ, ਕਿਉਂਕਿ ਬਲ ਆਪਣਾ ਨਹੀਂ। ਇਸ ਦਾ ਗੁਮਾਨ ਕਾਹਦਾ? ਇਹ ਉਸ ਮਾਲਕ ਦੀ ਦਿੱਤੀ ਹੋਈ ਸ਼ਕਤੀ ਹੈ। ਪਤਾ ਨਹੀਂ ਹੁਣ ਹੈ, ਸਵੇਰ ਤੱਕ ਰਹੇ ਕਿ ਨਾ ਰਹੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਯਾਦ ਆਇਆ, ਧਿਆਨ ਨਾਲ ਸੁਣੋ। ਵੀਰ ਅਪਾਰ, ਅਪਾਰ ਬਲ ਵਾਲੇ ਸੂਰਮੇ, ਵੀਰ ਅਪਾਰ ਵੱਡੇ ਬਰਿਆਰ, ਬਲ ਆਲਿਆ ਤੋਂ ਬਣਿਆ ਬਰਿਆਰ। ਵੀਰ ਅਪਾਰ ਵੱਡੇ ਬਰਿਆਰ, ਵਿਚਾਰਾਂ ਸਾਰ ਕੀ ਧਾਰ ਪਛਈਆ। ਜਿਹੜਾ ਬਹੁਤ ਜ਼ਿਆਦਾ ਸੋਚਣ ਵਾਲਾ ਬੰਦਾ ਨਾ, ਇਹ ਲੜ ਨਹੀਂ ਸਕਦਾ, ਬਿਲਕੁਲ ਨਹੀਂ। ਜਿਹਨੇ ਇਹ ਸੋਚਣਾ ਹੈ ਨਾ ਕਿਤੇ ਚੋਟ ਨਾ ਲੱਗ ਜਾਏ, ਨਹੀਂ। ਵੀਰ ਅਪਾਰ ਵੱਡੇ ਬਰਿਆਰ, ਅਵਿਚਾਰੇ ਬਿਨਾਂ ਵਿਚਾਰ ਤੋਂ ਸਾਰ ਕੀ ਧਾਰ ਪਛਈਆ। ਤਲਵਾਰ ਦੀ ਧਾਰ ਉਹ ਖਾਂਦੇ ਨੇ, ਅਵਚਾਰਾਂ ਸਾਰ ਕੇ ਧਾਰ ਪਛਈਆ। ਤੋੜਤ ਦੇਸ, ਦੇਸਾਂ ਨੂੰ ਤੋੜਦੇ ਨੇ। ਤੋੜਤ ਦੇਸ ਮਲੰਦ ਮਵਾਸਨ, ਮਵਾਸਨ ਹੁੰਦਾ ਆਕੇ, ਆਕੀਆਂ ਨੂੰ ਮਲ ਦਿੰਦੇ ਨੇ। ਤੋੜਤ ਦੇਸ ਮਲੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਸਾਡੇ ਵੀ ਇੱਕ ਯੋਧੇ ਨੇ ਹਾਥੀ ਭਜਾ ਦਿੱਤਾ ਸੀ, ਉਹਦਾ ਨਾਂ ਸੀ ਬਚੇਤਰ ਸਿੰਘ। ਸ਼ਹੀਦ ਭਾਈ ਮਣੀ ਸਿੰਘ ਦਾ ਬੇਟਾ ਸੀ ਇਹ। ਕਹਿੰਦੇ ਨੇ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਣ ਕੇ ਤੋੜਨ ਹਾਰ, ਪੱਕੇ ਗਿਲੇ ਨੂੰ ਤੋੜਨ ਵਾਲੇ। ਗੜ ਹੁੰਦਾ ਕਿਲਾ, ਗਾੜੇ ਗੜਾਣ ਕੇ ਤੋੜਨ ਹਾਰ, ਸੋ ਬਾਤ ਨਹੀਂ ਚੱਕ ਚਾਰ ਲੋਈਆ। ਇਹ ਬਚਨ ਬੜਾ ਸਮਝਣ ਵਾਲਾ, ਆਪ ਗਏ ਹੀ ਨਹੀਂ, ਗੱਲ ਹੀ ਬਸ ਬਚਨ ਹੀ ਕਰ ਦਿੱਤਾ, ਹੁਕਮ ਕਰ ਦਿੱਤਾ ਦੇਸ਼ ਜਿੱਤ ਆਓ।
ਤੇ ਉਹਦੇ ਸਿਪਾਹੀ ਜਿੱਤ ਕੇ ਆ ਗਏ। ਇਹ ਜਿੱਤਿਆਓ ਆਪ बैठा, आप तखत पे बैठा है, आप गया ही नहीं। बातन ही चकचार लवैया, साहिब श्री सबको सिरनायक, जाच के अनेक सौ एक दवैया। ऐसे अनेकां जाचक उस दे दर ते खलोते ने, केते मंगै जोध अपार, केत्या गणत नहीं विचार, केते खप टुटे बेकार, केते लै लै मुकर पाए, केते मूर खाई खाए। बेअंत ने सूर में योधे इत्थे कदी कोई भुल के गुमान ना करे, कहा जे प्रसाद आरोग कंचन देहे, जिस दी कृपा नाल तेरी कंचन वर्गी दे है। ये जिहड़ा कंचन है ना, कंचन ते हुंदा सोना। सोने का तो बंदा सारा किते बन जाए ना तो रोवेगा, सोना तो मुर्दा हो जाएगा। ये सोना पे प्रतीक वरतिया, जे प्रसाद रोग कंचन देहे, लिव लावो ते सराम स्नेहे। जे प्रसाद तेरा सुंदर रूप, सो प्रभ सिमरो सदा अनूप। कहते ने ऐसे ऐसे सूर में असंख सूर मोह बक्सार, मूँह ते शस्त्रां दे वार सहारदे ने, असंख मोन लिवलाए ता। यह कम जापदा ते सौखा पर बहुत औखा। लिवतार एक ध्यान एक टक लगा के ते चुप करके रहना। वैसे सियाणियां ने कहा, वो कहते ने ता मरदे सुखन ना गुफ्ता बाशद, ता मरदे सुखन ना गुफ्ता बाशद, ऐबो हुनरस ना हुफ्ता बाशद। जदों तक बोलेगा नहीं, ये पता नहीं लगेगा कि मूर्ख है कि सियाणा। बोले ही पता लगना है कि मूर्ख है कि सियाणा। मूड शोभे करे मौन, सार किताब ले कहते हैं मूर्ख की शोभा कि चुप कीता रहे। बहुत बंदे ऐसे ने मैं वेखिया, वो साधु बन गया, उन्हां दी सिफत इक्को ही है कि चुप करके बैठे, उन्हां गल ही नहीं करनी। चेले गल करते हैं, आप करनगे ते पाज खुल जाना, वो तो बोलते नहीं। असंख मौन लिवलाए तार, पर चुप करके बहना है बड़ा मुश्किल। बंदा तो उड़ीकदा कि जिहड़ा बोलदा है चुप करे तो मेरी वारी आए, मेरी वारी कदों आए। रूमी ने एक बड़ी गजब की कथा लिखी है। वो कहता है ऐसा होया, एक मुरशद ने 4 बच्चे सन ते कहन लगा बेटा धर्म की गल सीखनी है तो साधना करो, 4 घंटे चुप करके बैठो, 4 घंटे चुप करके बैठो, तुसी बोलना नहीं। तो आके तुर गया। हुण चुप करना और बच्चों का वड्डे नहीं चुप करते। असी तो कहानी भी घड़ लई। कलयुग आया तो उन्हें कहा जी मैं मत्था टेकन कदों आवां, जिवें कलयुग बहुत वड्डा भगत है। गुरु साहब ने कहा जिस वेले प्रसाद वरते तू उस वेले आए। पता कि यह कथा कीर्तन सुन लेने, प्रसाद वरदा तो कामा रौली पै जाती है उस वेले। नहीं, ऐसा कोई कलयुग नहीं आया। चुप कीते रहिए तो कलयुग जिहड़ा वो हार गया। नहीं, बंदा उड़ीकदा भरिया पिया गल्लां नाल बंदा। हुण 4 बच्चे चुप करके बैठे, अचानक एक बोल पिया, कहन लगा दीवा जगा दियां। दूसरा कहन लगा मुर्शिद ने कहा सी बोलना नहीं, तू बोलिया क्यों है। तीजा कहन लगा मैं जाके दसना, ये 2 बोल पे ने। तो चौथा कहन लगा तुहाडे नालों मैं ही चंगा, अजे तक बोलिया तो नहीं ना घटो घट। हुण रह केड़ा गया। बंदे जिहड़े ने बोले तो बोलन बिना रह नहीं सकते। 12-12 साल का मौन, वो फिर करते की सन। मोनी गल च सलेट पाई है, हाथ विच चाक है, तो लिख के दसना कि मैनू हुण जल छकाओ। सलेट ते लिख के अगे करना, मैनू प्रशादा छकाओ, मैनू बस्तर की लोड़ है। मन ते अंदरों भौंकदा पिया। बंदे तू कहना मैं बोलदा नहीं, बोले नहीं, होए बैठा मोने। अंतर कल्प भवाइयां जोने, अंदर है कल्पना।
ਐਸਾ ਬੰਦਾ ਜੋਨਾਂ ਵਿੱਚ ਪਵਾਇਆ ਜਾਂਦਾ। ਗੁਰੂ ਸਾਹਿਬ ਜੀ ਕਹਿੰਦੇ ਨੇ ਜਦੋਂ ਤੱਕ ਦੁਨੀਆ 'ਚ ਰਹਿਣਾ ਹੈ ਨਾ, ਜਬ ਲਗ ਦੁਨੀਆ ਰਹੀਐ ਨਾਨਕ ਕਿਛ ਸੁਣੀਐ ਕਿਛ ਕਹੀਐ, ਭਾਲ ਰਹੇ ਹਮ ਰਹਿ ਨਾ ਪਾਇਆ ਜੀਵਤਿਆਂ ਮਰ ਰਹੀਏ। ਹਾਂ, ਜੇ ਵੇਖਣਾ ਸਾਖਤ ਮਿਲ ਗਿਆ ਉਸ ਵੇਲੇ ਚੁੱਪ ਕਰ ਜਾ। ਸਾਖਤ ਨਾਲ ਗੱਲਬਾਤ ਕਰਨੇ ਇਹ ਚੰਗੇ ਨਹੀਂ। ਸੰਤ ਮਿਲ ਪਿਆ ਤੇ ਚੁੱਪ ਨਾ ਕਰ, ਉਸ ਦੇ ਕੋਲੋਂ ਕੁਝ ਪੁੱਛ ਲੈ। ਸੰਤ ਮਿਲੇ ਕਿ ਸੁਣੀਏ ਕਹੀਏ, ਮਿਲੇ ਅਸੰਤ ਮਸ਼ਟ ਹੋ ਰਹੀ ਹੈ। ਇੱਥੇ ਸਤਿਗੁਰੂ ਪਾਤਸ਼ਾਹ ਫਰਮਾ ਰਹੇ ਨੇ ਅਸੰਖ ਮੌਨ, ਅਸੰਖਾਂ ਹੀ ਮੌਨੀ ਨੇ, ਚੁੱਪ ਕੀਤੇ ਨੇ। 12-12 ਸਾਲ ਦੇ ਮੌਨੀ ਨੇ, ਬੋਲੇ ਨਹੀਂ। ਅਸੰਖ ਮੌਨ ਲਿਵ ਲਾਏ ਤਾਰ, ਇੱਕ ਤਾਰ ਜਿਵੇਂ ਤੇਲ ਦੀ ਧਾਰ ਇੱਕ ਤਾਰ ਪੈਂਦੀ ਹੈ, ਉਹਨਾਂ ਦਾ ਧਿਆਨ ਜੁੜਿਆ ਹੋਇਆ। ਕੁਦਰਤ ਕਮਨ ਕਹਾਂ ਵਿਚਾਰ, ਮੇਰੀ ਕੀ ਤਾਕਤ ਹੈ ਮੈਂ ਤੇਰੀ ਤਾਕਤ ਦਾ ਵਿਚਾਰ ਕਰ ਸਕਾਂ। ਹੇ ਪ੍ਰਮਾਤਮਾ, ਤੂੰ ਸ੍ਰਿਸ਼ਟੀ ਨੂੰ ਸਾਜਿਆ, ਕਿਵੇਂ ਪਾਲਣਾ ਕਰ ਰਿਹਾ ਔਰ ਕਿਵੇਂ ਜੀਵ ਜੰਤ ਜਿਹੜੇ ਨੇ ਸਾਰੇ ਕਰ ਰਹੇ ਨੇ, ਸਾਰਾ ਸਿਲਸਿਲਾ ਤੇਰਾ ਚੱਲ ਰਿਹਾ ਹੈ। ਗੁਰੂ ਅਰਜਨ ਦੇਵ ਜੀ ਨੇ ਇਹਨਾਂ ਪੌੜੀਆਂ ਦੀ ਹੀ ਵਿਆਖਿਆ ਕੀਤੀ ਹੈ, ਕਦੀ ਸ਼ਾਇਦ ਸਾਡਾ ਧਿਆਨ ਗਿਆ ਹੋਵੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸਤਤ ਕਰਾਂ ਅਨੇਕ ਜਨ, ਇਸ ਅਸ਼ਟਪਦੀ ਨੂੰ ਧਿਆਨ ਨਾਲ ਪੜ੍ਹਨਾ। ਉਸਤਤ ਕਰਾਂ ਅਨੇਕ ਜਨ ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੇ ਬਹੁ ਵਿਧ ਅਨਕ ਪ੍ਰਕਾਰ। ਹੁਣ ਇੱਥੇ ਤੇ ਕਿਹਾ ਨਾ ਅਸੰਖ ਜਾਪੇ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਓ। ਉੱਥੇ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਬਨ ਭ੍ਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ। ਸਤਿਗੁਰਾਂ ਬਹੁਤ ਵਿਸਤਾਰ ਕਰ ਦਿੱਤਾ, ਇਹਨਾਂ ਪੌੜੀਆਂ ਦਾ ਹੀ ਵਿਸਤਾਰ ਕੀਤਾ। ਕਹਿੰਦੇ ਨੇ ਪ੍ਰਮਾਤਮਾ ਨੇ ਜਿਵੇਂ ਜਿਵੇਂ ਲਗਾਇਆ ਉਹ ਕਰਤਾ ਹੈ, ਉਹ ਕਰਨਹਾਰ ਹੈ। ਬੰਦੇ ਤੂੰ ਜੇ ਕੁਛ ਕਰਦਾ ਵੀ ਹੈ, ਕੀਤਾ ਕਹਾਂ ਕਰੈ ਮਨ ਮਾਨ। ਤੂੰ ਆਪ ਕਿਸੇ ਦਾ ਕੀਤਾ ਹੋਏ, ਤੈਨੂੰ ਕਿਸੇ ਸਿਰਜਿਆ, ਕੀਤਾ ਕਹਾਂ ਕਰੈ ਮਨ ਮਾਨ। ਉਹ ਮਨ 'ਚ ਕੀ ਮਾਨ ਕਰੇ। ਦੇਵਨ ਹਾਰੈ ਕੈ ਹੱਥ ਦਾਨ, ਦਾਨ ਹੈ ਦੇਣ ਵਾਲੇ ਦੇ ਹੱਥ ਵਿੱਚ, ਭਾਵੇਂ ਦੇ ਨਾ ਦੇਈ ਸੋਏ। ਕੀਤੇ ਕੇ ਕਹਿਆ ਕਿਆ ਹੋਏ, ਇਸ ਦੇ ਕੀਤਿਆਂ ਕੀ ਹੋਵੇਗਾ। ਸਤਿਗੁਰਾਂ ਨੇ ਸਭ ਕੁਛ ਉਪਰਾਲਾ ਕਿਸ ਲਈ ਕੀਤਾ। ਪਰਮਾਤਮਾ ਤੇ ਇਹ ਮਨੁੱਖ ਰਹਿੰਦੇ ਇਕੱਠੇ ਹੀ ਨੇ, ਦੂਰ ਨਹੀਂ ਹੋ ਸਕਦੇ। ਮੈਂ ਕੁਛ ਪੰਕਤੀਆਂ ਪੜ੍ਹਾਂ ਜੋ ਸਾਡੇ ਵਾਸਤੇ ਪੱਕੀ ਮੋਹਰ ਨੇ। ਉਹ ਨੇ ਏਕਾ ਸੰਗਤ ਏਕਾ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਸੇਜ ਏਕ ਪੈ ਮਿਲਨ ਦੁਹੇਰਾ। ਪਰਮਾਤਮਾ ਨਾਲ ਹੈ, ਸਭ ਤੋਂ ਨੇੜੇ ਤੁਹਾਡੇ ਕੋਈ ਹੈ ਨਾ। ਕਿਸ ਚੀਜ਼ ਨੂੰ ਕਹੋਗੇ ਸਭ ਤੋਂ ਨੇੜੇ? ਹੱਥ। ਉਸ ਦਾ ਕਾਰਨ ਹੈ ਕਿ ਜੇ ਕਿਤੇ ਕੋਈ ਵੀ ਮੁਸੀਬਤ ਕਿਸੇ ਅੰਗ ਤੇ ਆਈ ਹੈ, ਸਿਰ ਤੇ ਆਈ ਹੈ, ਮਸਲਨ ਸਿਰ 'ਚ ਕੋਈ ਦਰਦ ਹੋਈ ਤੇ ਹੱਥ ਛੇਤੀ ਨਾਲ ਸਿਰ ਵੱਲ ਜਾਂਦਾ। ਪੈਰ ਤੇ ਦਰਦ ਹੋਈ ਹੈ ਤੇ ਹੱਥ ਪੈਰ ਵੱਲ ਜਾਂਦਾ। ਅੰਗ ਤੇ ਬਾਕੀ ਵੀ ਨੇ। ਕੋਈ ਮਾਰਨ ਲੱਗਾ, ਬਚਾ ਲਈ ਹੱਥ ਅੱਗੇ ਹੁੰਦਾ। ਹੁਣ ਹੱਥ ਐਸਾ ਅੰਗ ਹੈ ਕਿ ਹਰ ਸਾਰੇ ਸਰੀਰ ਨੂੰ ਇਹ ਬਚਾਉਂਦਾ। ਭੋਜਨ ਛਕਣਾ ਤੇ ਹੱਥ। ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਹੱਥ ਨਾਲੋਂ ਵੀ ਨੇੜੇ ਕੁਛ ਹੈ। ਭਗਤ ਰਵਿਦਾਸ ਜੀ ਦਾ ਬਚਨ ਧਿਆਨ 'ਚ ਆ ਗਿਆ ਹੋਵੇਗਾ। ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਏ। ਪੌੜੀ ਦੇ ਅਖੀਰ ਤੇ ਆ ਗਏ ਆ ਤੇ ਸਮਾਂ ਵੀ ਅਖੀਰ ਤੇ ਕੁਛ ਮਿੰਟ ਜਿਹੜੇ ਨੇ ਉਹ ਬਚੇ ਨੇ। ਬੜੇ ਧਿਆਨ ਨਾਲ ਇਹ ਬਚਨ ਸਰਵਣ ਕਰਨੇ। ਪਰਮਾਤਮਾ ਤੇ ਅਸੀਂ ਦੂਰ ਹੋ ਹੀ ਨਹੀਂ ਸਕਦੇ।
ਬਾਣੀ ਦੇ ਬਚਨ ਨੇ, ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੇ ਰੱਖਣ ਹਾਰ ਤੇ ਆਏ। ਇੱਕ ਸਿਧਾਂਤ ਤੁਸੀਂ ਮੰਨਦੇ ਹੋ, ਪ੍ਰਮਾਤਮਾ ਸਰਵ ਵਿਆਪਕ ਆ। ਜੇ ਉਹ ਸਰਵ ਵਿਆਪਕ ਹੈ ਤੇ ਫਿਰ ਜਿੱਥੇ ਤੂੰ ਬੈਠਾ ਉੱਥੇ ਵੀ ਹੈ। ਫਿਰ ਤੇ ਪ੍ਰਮਾਤਮਾ ਤੋਂ ਦੂਰ, ਜਿੱਥੇ ਜਾਏਗਾ ਪ੍ਰਮਾਤਮਾ ਹੋਵੇਗਾ, ਜਿਸ ਥਾਂ ਤੇ ਜਾਏਗਾ ਪ੍ਰਮਾਤਮਾ ਹੋਵੇਗਾ। ਹਾਂ, ਇਹ ਵੱਖਰੀ ਗੱਲ ਹੈ ਕਿ ਤੂੰ ਮੰਨਦਾ ਨਹੀਂ, ਤੂੰ ਮੰਨਦਾ ਨਹੀਂ ਕਿ ਪ੍ਰਮਾਤਮਾ ਹਰ ਥਾਂ ਤੇ ਹੈ। ਉਹ ਛੋਟੀ ਜਿਹੀ ਕਹਾਣੀ ਸਾਖੀ ਸੁਣੀ ਹੋਵੇਗੀ। ਸਰਵ ਵਿਆਪਕ ਦੀ ਸਿੱਖਿਆ ਦਿੰਦਿਆਂ ਉਸਤਾਦ ਨੇ, ਗੁਰੂ ਨੇ 2 ਕਬੂਤਰ ਦੇ ਦਿੱਤੇ, ਕਿਹਾ ਜਾਓ ਬੇਟਾ ਮਾਰ ਕੇ ਲਿਆਓ, ਪਰ ਮਾਰਿਓ ਉੱਥੇ ਜਿੱਥੇ ਵੇਖੇ ਕੋਈ ਨਾ। ਇੱਕ ਤੇ ਗਿਆ ਗੁਆਂਢ, ਇੱਧਰ ਉੱਧਰ ਵੇਖਿਆ ਕੋਈ ਨਹੀਂ, ਉਹਨੇ ਗਰਦਨ ਮਰੋੜੀ, ਕਹਿਣ ਲੱਗਾ ਲਓ ਮਹਾਰਾਜ ਤੁਹਾਡਾ ਹੁਕਮੀ ਬੰਦਾ ਮੈਂ ਤੇ ਕਾਰ ਕਰ ਆਏ। ਕਹਿਣ ਲੱਗੇ ਪੁੱਤਰ ਇਸ ਜਨਮ ਵਿੱਚ ਤੈਨੂੰ ਤੇ ਰੱਬ ਮਿਲਣਾ ਬੜਾ ਮੁਸ਼ਕਲ ਆ, ਬੈਠ ਜਾ। ਦੂਸਰਾ ਆਇਆ ਤੇ ਸ਼ਾਮ ਨੂੰ ਆਇਆ ਤੇ ਕਬੂਤਰ ਜਿਉਂਦਾ ਲੈ ਕੇ ਆਇਆ। ਕਹਿਣ ਲੱਗੇ ਤੂੰ ਨਹੀਂ ਹੁਕਮ ਮੰਨਿਆ। ਕਹਿਣ ਲੱਗਾ ਜੇ ਮੰਨਿਆ ਪਰ ਨਾਲ ਜਿਹੜੀ ਸ਼ਰਤ ਲਾਈ ਜੇ ਕਿ ਜਿੱਥੇ ਵੇਖੇ ਕੋਈ ਨਾ। ਮੈਂ ਵੇਖਿਆ ਕਿ ਕਬੂਤਰ ਜਿਹੜਾ ਹੈ ਬੰਦਾ ਤੇ ਕੋਈ ਨਹੀਂ ਵੇਖਦਾ, ਮੈਂ ਉਜਾੜ 'ਚ ਚਲਾ ਗਿਆ, ਇਹ ਮੇਰੇ ਵੱਲ ਵੇਖੇ ਮੈਂ ਇਸ ਵੱਲ ਵੇਖਾਂ। ਮੈਂ ਆਪਣੀਆਂ ਅੱਖਾਂ ਤੇ ਵੀ ਪੱਟੀ ਬੰਨੀ, ਇਹਦੇ ਵੀ ਬੰਨੀ, ਕਿ ਹੁਣ ਕੋਈ ਨਾ ਵੇਖੇ। ਕਹਿਣ ਲੱਗਾ ਕਰਾਂ ਕਿ ਕੋਈ ਅੰਦਰੋਂ ਵੇਖਦਾ ਸੀ ਪਿਆ, ਅੰਦਰੋਂ ਕੀ ਕਰਾਂ? ਇਹ ਤੇ ਪਤਾ ਸੀ ਮੈਂ ਕਬੂਤਰ ਮਾਰ ਰਿਹਾ। ਤੇ ਮੈਨੂੰ ਧਿਆਨ ਆਇਆ ਕਿਹੜਾ ਥਾਂ ਹੈ ਜਿੱਥੇ ਪ੍ਰਮਾਤਮਾ ਨਹੀਂ ਵੇਖਦਾ। ਤੂੰ ਦੇਖੈਂ ਹਉ ਮੁਕਰ ਪਾਉ, ਤੇਰਾ ਕੰਮ ਨਾ ਤੇਰਾ ਨਾ ਹੈ। ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਇਹ ਨਹੀਂ ਮੰਨਦਾ, ਇਹ ਮੰਨ ਲੈਂਦਾ ਕਿ ਜਿੱਥੇ ਮੈਂ ਹਾਂ ਇੱਥੇ ਰੱਬ ਨਹੀਂ। ਸਾਹਿਬ ਜੀ ਕਹਿੰਦੇ ਨੇ ਹੈ, ਹਰ ਥਾਂ ਤੇ ਹੈ, ਦੂਰ ਨਹੀਂ। ਪਰ ਫਿਰ ਮਿਲਦਾ ਕਿਉਂ ਨਹੀਂ? ਜੇ ਪ੍ਰਮਾਤਮਾ ਹੈ, ਹਰ ਥਾਂ ਤੇ ਹੈ, ਦੂਰ ਨਹੀਂ, ਤੇ ਫਿਰ ਮਿਲਦਾ ਕਿਉਂ ਨਹੀਂ? ਸਾਹਿਬ ਜੀ ਕਹਿੰਦੇ ਨੇ ਤੇਰੀ ਗਲਤੀ ਕਰਕੇ ਉਹ ਤੇ ਬਾਹਾਂ ਖਿਲਾਰ ਕੇ ਤੈਨੂੰ ਮਿਲਣ ਵਾਸਤੇ ਤਿਆਰ ਹੈ। ਤੇਰੀ ਹਉਮੈ ਦੇ ਕਾਰਨ ਮੈਂ ਹਾਂ, ਮੈਂ ਹਾਂ, ਮੈਂ ਹਾਂ। ਅੰਦਰੋਂ ਮਾਇਆ ਦਾ ਜਾਪ ਹੋ ਰਿਹਾ, ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤਨਾ ਆਵਈ, ਨਾਨਕ ਨਹੀਂ ਕਰਮ। ਤੂੰ ਦਮੜੇ ਤੇ ਮੰਗੇ ਨੇ, ਮੰਗੈ ਦਮਾ ਦਮ, ਇਹ ਤੇ ਮੰਗੇ ਨੇ। ਕਦੀ ਰੱਬ ਮੰਗਿਆ ਵੀ ਹੈ, ਕਦੀ ਇਹ ਆਖਿਆ ਵੀ ਹੈ ਕਿ ਅੱਜ ਆਏ ਆ ਸਿਰਫ ਤੈਨੂੰ ਮਿਲਣ ਵਾਸਤੇ। ਇਹ ਬਚਨ ਬੜੇ ਧਿਆਨ ਨਾਲ ਸੁਣਨਾ। ਕੋਈ ਦਿਨ ਜ਼ਿੰਦਗੀ 'ਚ ਆਇਆ ਕਿ ਬਾਲਾ ਪ੍ਰੀਤਮ ਦੇ ਦਰਬਾਰ 'ਚ ਆਏ ਹੋਈਏ ਤੇ ਹੱਥ ਜੋੜ ਕੇ ਆਖੀਏ, ਹੇ ਬਾਲਾ ਪ੍ਰੀਤਮ ਪਾਤਸ਼ਾਹ, ਅੱਜ ਮੈਂ ਕੇਵਲ ਤੇ ਕੇਵਲ ਤੁਹਾਨੂੰ ਮਿਲਣ ਵਾਸਤੇ ਆਇਆ, ਮੇਰੀ ਹੋਰ ਕੋਈ ਮੰਗ ਨਹੀਂ। ਕੇਵਲ ਤੁਹਾਨੂੰ ਮਿਲਣ ਵਾਸਤੇ ਆਇਆ, ਕੇਵਲ ਤੁਹਾਡਾ ਪਿਆਰ ਲੈਣ ਵਾਸਤੇ ਆਇਆ। ਨਹੀਂ, ਬੰਦਾ ਤੇ ਵਸਤੂਆਂ ਨਾਲ ਹਿੱਤ ਕਰਦਾ ਹੈ। ਉਹ ਕਹਿੰਦਾ ਵਸਤੂਆਂ ਦੇ, ਮੈਂ ਚਾਹੁੰਦਾ ਦੁੱਖ ਮੁਕਾ ਦੇ, ਮੈਂ ਚਾਹੁੰਦਾ ਸੁੱਖ ਦੇ ਦੇ, ਮੈਂ ਚਾਹੁੰਦਾ ਪਦਾਰਥ ਦੇ ਦੇ। ਕਦੀ ਉਸ ਨੂੰ ਤੇ ਮੰਗਿਆ ਨਹੀਂ। ਇਹ ਕਦੀ ਧਿਆਨ ਨਹੀਂ ਕੀਤਾ ਜੇ ਉਹ ਆ ਗਿਆ ਤੇ ਤੂੰ ਤੇ ਸ਼ਹਿਨਸ਼ਾਹ ਬਣ ਜਾਏਗਾ। ਉਸ ਦੇ ਕੋਲ ਜਿਹੜਾ ਬੈਠਾ ਹੋਵੇ ਉਸ ਨੂੰ ਤੇ ਕੋਈ ਘਾਟ ਹੀ ਨਹੀਂ ਰਹਿੰਦੀ। ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਯਾਦ ਆਇਆ, ਮੈਂ ਆਪ ਨੂੰ ਸੁਣਾ ਦਿਆਂ। ਇੱਕ ਬਾਦਸ਼ਾਹ ਭੁੱਲ ਗਿਆ, ਸਾਥੀਆਂ ਨਾਲੋਂ ਵਿਛੜ ਗਿਆ ਤੇ ਜੰਗਲ ਵਿੱਚ ਸੀ। ਜੰਗਲ 'ਚ ਖਤਰਾ ਹੁੰਦਾ, ਬਾਦਸ਼ਾਹ ਨੂੰ ਕੋਈ ਕੈਦ ਨਾ ਕਰ ਲਵੇ। ਬਾਦਸ਼ਾਹ ਨੂੰ ਜੇ ਡਾਕੂ ਕੈਦ ਕਰ ਲੈਣ, ਮੂੰਹ ਮੰਗੀ ਫਰੌਤੀ ਉਹਦੇ ਕੋਲੋਂ ਲੈਣ, ਉਹਨੇ ਛੇਤੀ ਨਾਲ ਕੱਪੜੇ ਬਦਲੇ। ਬਾਦਸ਼ਾਹਾਂ ਕੋਲ ਹੁੰਦੇ ਸਨ ਵੀ ਖਤਰਾ ਹੋਵੇ, ਫਟੇ ਪੁਰਾਣੇ ਕੱਪੜੇ ਪਾਏ ਤੇ ਜੰਗਲ ਦੇ ਵਿੱਚ ਉਹ ਜਿਹੜੇ ਬਾਦਸ਼ਾਹ ਵਾਲੇ ਕੱਪੜੇ ਸਨ ਉਹ ਸੁੱਟ ਦਿੱਤੇ। ਇਹ ਤੁਰਿਆ ਜਾ ਰਿਹਾ ਸੀ, ਇੱਕ ਕਿਸਾਨ ਮਿਲਿਆ। ਕਹਿਣ ਲੱਗਾ ਮੁਸਾਫਰ ਕਿੱਥੇ ਜਾਣਾ? ਕਹਿਣ ਲੱਗਾ ਜਾਣਾ ਤੇ ਹੈ ਪਰ ਰਾਹ ਭੁੱਲ ਗਿਆ। ਉਹ ਕਹਿਣ ਲੱਗਾ ਰਾਹ ਜਿਹਨੂੰ ਭੁੱਲ ਜਾਏ ਨਾ ਇੱਥੇ ਨਹੀਂ ਲੱਭਦਾ।
ਤੂੰ ਆ ਅੱਜ ਮੇਰੇ ਕੋਲ ਰਹਿ ਤੇ ਸਵੇਰੇ ਮੈਂ ਤੈਨੂੰ ਜੰਗਲੋਂ ਬਾਹਰ ਛੱਡ ਆਵਾਂਗਾ। ਹੁਣ ਨਹੀਂ ਮੈਂ ਜਾਣਾ, ਹਨੇਰਾ ਪੈਣ ਲੱਗਾ। ਇਹਦੀ ਸੇਵਾ ਕੀਤੀ ਤੇ ਕਹਿਣ ਲੱਗਾ ਮੈਨੂੰ ਬਾਹਰ ਛੱਡਿਆ। ਹੁਣ ਕਿਸਾਨ ਨਾਲ ਗਿਆ। ਜਦੋਂ ਤੁਰੇ ਜਾ ਰਹੇ ਨੇ ਸ਼ਹਿਰ 'ਚ ਪਹੁੰਚੇ, ਲੋਕਾਂ ਸ਼ੁਕਰ ਕੀਤਾ ਬਾਦਸ਼ਾਹ ਆ ਗਿਆ। ਤੇ ਉਹ ਸਲਾਮਾਂ ਕਰਨ, ਚੁੱਕ ਚੁੱਕ ਕੇ ਸਲਾਮਾਂ ਕਰਨ। ਕਹਿਣ ਲੱਗਾ ਭਾਈ ਇਹ ਸ਼ਹਿਰੀ ਲੋਕ ਤੇ ਬੜੇ ਚੰਗੇ ਨੇ, ਅਸੀਂ ਤੇ ਐਵੇਂ ਹੀ ਉਜਾੜ 'ਚ ਹੀ ਬੈਠੇ ਰਹੇ ਹਾਂ। ਵੇਖੋ ਸਲਾਮਾਂ ਹੁੰਦੀਆਂ ਪਈਆਂ ਨੇ, ਇਹ ਮੇਰਾ ਇੰਨਾ ਆਦਰ ਕਰਦੇ ਨੇ। ਇੱਕ ਨੇ ਕਿਹਾ ਉਹ ਕਮਲਿਆ ਤੇਰਾ ਨਹੀਂ, ਤੂੰ ਬਾਦਸ਼ਾਹ ਦੇ ਨਾਲ ਤੁਰਿਆ, ਇਹ ਬਾਦਸ਼ਾਹ ਨੂੰ ਹੁੰਦੀਆਂ ਨੇ ਤੇ ਤੈਨੂੰ ਵੀ ਨਾਲ ਹੋਈ ਜਾ ਰਹੀਆਂ ਨੇ। ਮੈਂ ਅਰਜ਼ ਕਰਾਂ ਇਹਨਾਂ ਭਗਤਾਂ ਨੂੰ ਕਿਉਂ ਸਲਾਮਾਂ ਹੁੰਦੀਆਂ? ਜਿਨ੍ਹਾਂ ਨੂੰ ਸ਼ੂਦਰ ਸ਼ੂਦਰ ਆਖਿਆ ਜਾਂਦਾ ਸੀ, ਅੱਜ ਕਿਉਂ ਮੱਥਾ ਟੇਕਨੇ ਆ? ਇਹ ਰੱਬ ਦੇ ਨਾਲ ਤੁਰੇ ਨੇ। ਜਿੰਨਾ ਵੀ 4 ਕਦਮ ਪ੍ਰਮਾਤਮਾ ਦੇ ਨਾਲ ਪੁੱਟੇ ਨੇ ਉਹਨਾਂ ਨੂੰ ਸਲਾਮਾਂ ਹੋ ਗਈਆਂ, ਜੈ ਜੈਕਾਰ ਹੋ ਗਏ। ਸਾਹਿਬ ਜੀ ਕਹਿੰਦੇ ਨੇ ਉਹਦੀ ਸਿਫਤ ਕਰਕੇ ਵੇਖ, ਤੂੰ ਆਪਣੀਆਂ ਸਿਫਤਾਂ ਤੇ ਬਹੁਤ ਸੁਣਨਾ, ਆਪਣੀਆਂ ਸਿਫਤਾਂ ਸੁਣ ਕੇ ਖੁਸ਼ ਹੋਣਾ ਤੇ ਚਾਹੁੰਨਾ ਮੇਰੀ ਕੋਈ ਸਿਫਤ ਕਰੇ। ਸਿਫਤ ਕਰ ਪ੍ਰਮਾਤਮਾ ਦੀ, ਨਿਰੰਕਾਰ ਦੀ ਸਿਫਤ ਕਰ ਕਿ ਕੁਦਰਤ ਕੌਣ ਕਹਾਂ ਵਿਚਾਰ। ਮੈਂ ਵਿਚਾਰ ਕਹਿ ਸਕਾਂ ਕਿ ਦਾਤਾ ਤੂੰ ਕਿੱਡਾ ਵੱਡਾ, ਮੈਂ ਵਿਚਾਰ ਕਹਿ ਸਕਾਂ ਤੇਰਾ ਬਲ ਕਿੰਨਾ, ਮੈਂ ਵਿਚਾਰ ਕਹਿ ਸਕਾਂ ਕਿ ਤੂੰ ਦਾਤਾ ਕਿੱਡਾ ਵੱਡਾ। ਕਹਿੰਦੇ ਨੇ ਨਹੀਂ, ਕੁਦਰਤ ਕਮਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਧਨ ਨੇ ਜਿਹੜੇ ਸਦਕੇ ਹੋ ਗਏ ਔਰ ਇੱਕੋ ਵਾਰੀ ਸਦਕੇ ਹੋ ਗਏ, ਕੁਰਬਾਨ ਹੋ ਗਏ। ਇੱਕ ਮੁਸਲਮਾਨ ਦੇ ਭਾਗ ਜਾਗੇ, ਗੁਰੂ ਸਾਹਿਬ ਜੀ ਦੇ ਕੋਲ ਆਇਆ ਤੇ ਇੱਥੇ ਇਹਦਾ ਇੱਕ ਮਿੱਤਰ ਸੀ ਪਹਿਲੇ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾਂ। ਉਹਦਾ ਨਾਂ ਸੀ ਖਵਾਜਾ। ਕਹਿਣ ਲੱਗਾ ਖਵਾਜਾ ਜਾਨੀ ਕੋ ਜਾਨੀ ਮਿਲਾ ਦੋ। ਇਹਦਾ ਨਾਂ ਸੀ ਜਾਨੀ, ਤੇ ਜਾਨੀ ਮਿੱਤਰ ਨੂੰ ਵੀ ਕਹਿੰਦੇ ਨੇ ਵੀ ਮੈਨੂੰ ਮਿੱਤਰ ਮਿਲਾ ਦੇ, ਗੁਰੂ ਮਿਲਾ ਦੇ। ਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਮਿਲਣਾ, ਗਾਹਕ ਆਇਆ ਹੈ ਤੇ ਜੇ ਆਇਆ ਤੇ ਫਿਰ ਹੀਰੇ ਦੇ ਜਿਹੜੇ ਨੇ ਸੌਖੇ ਨਹੀਂ ਮਿਲਦੇ। ਆਇਆ ਤੇ ਬੈਠ ਜਾ ਕੇ ਕੰਧ ਚੰਨ ਦਿੱਤੀ। ਉਹਨੇ ਕਿਹਾ ਬਾਹਰ ਆਉਣਗੇ ਦਰਸ਼ਨ ਕਰ ਲਵਾਂਗੇ, ਦੀਵਾਰ ਚੰਨ ਦਿੱਤੀ। ਹੁਣ ਇਸ ਨੇ ਕਿਹਾ, ਕਹਿਣ ਲੱਗਾ ਜਾਨੀ ਇੱਕ ਦਿਨ ਕੰਧ ਇਹ ਢਾਉਣਗੇ, ਆਪ ਢਾਉਣਗੇ, ਦਰਸ਼ਨ ਦੇਣਗੇ। ਪਿਆਰ ਇੰਨਾ ਗਾੜਾ ਜਦੋਂ ਹੋਇਆ, ਸਤਿਗੁਰੂ ਕਹਿੰਦੇ ਨੇ ਜਾਨੀ ਨੂੰ ਮਿਲਣਾ ਜਾ ਡੁੱਬ ਮਰ। ਆਇਆ ਆ ਕੇ ਬਿਆਸਾ 'ਚ ਛਾਲ ਮਾਰ ਦਿੱਤੀ। ਪਰ ਨਾਲ ਬਚਾਉਣ ਵਾਲੇ ਸਨ। ਇਹ ਯਾਦ ਰੱਖਣਾ, ਗੁਰੂ ਕਦੀ ਮਾਰਦਾ ਨਹੀਂ, ਗੁਰੂ ਤਾਰਦਾ। ਗੁਰੂ ਹਮੇਸ਼ਾ ਤਾਰਦਾ ਹੈ, ਗੁਰੂ ਜੀਵਨ ਦਿੰਦਾ, ਮਾਰਦਾ। ਹਾਂ, ਮਾਰਨ ਦੀ ਇਹ ਪ੍ਰੀਖਿਆ, ਇਮਤਿਹਾਨ ਹੈ, ਜਾਪਦਾ ਹੈ ਕਿ ਮਾਰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਧੋਬੀ ਕੱਪੜਾ ਪਾੜਦਾ ਨਹੀਂ, ਜੈਸੇ ਧੋਬੀ ਸਾਬਣ ਲਗਾਏ ਪੀਟੇ ਪਾਥਰ ਸੈ, निर्मल करते हैं बसन मलिन को, जैसे तो सुनार बारंबार गार गार ठार, करते अशुद्ध शुद्ध कंचन कुलीन को, जैसे तो पवन चक चोरत बिरख मिल, मलयगंध करते हैं चंदन प्रवीण को, तैसे गुर सिखन को दिखाए के बिरथा अनेक, माया मल काट करे निज पद चीन को। ले आंदा फिर उत्थे बैठ गया। सतगुरु ने आप दीवार ढाई, गल ना लाया। कहन लगे जिन्हां नूं सदके होना आउंदा है ना, सिखा तू एक वारी सदके हो, गुरु हज़ारां वारी सदके होंदा। वो बचन सुनिया है आपने, चरण शरण गुरु एक पैंडा जाए चल, सतगुरु कोट पैंडा आगे हो लेत है। तुसी बाला प्रीतम तो एक वारी सदके हो के वेखो, वो करोड़ां वारी तुहाडे तो सदके होणगे। गुरु कहते ने सिख धर्म है सदके होण दा, कुर्बान होण दा, ये लिखिया दा नहीं। वारिया ना जावां एक वार ते फिर जो तुद भाव है साई भली का। असी ते कहने आ जो मैनू भाउंदा ना वो कर दे, जो मैनू भाउंदा। वैसे जे रब साडी मन लैंदा ना कदी पता नहीं की बनदा। इक्को टाइम ते एक बंदा कहंदा हुणे ही बदल पा, एक कहता जे पाया तो मेरा कुछ नहीं रहना,
ਹੁਣ ਕਿਸ ਦੀ ਮੰਨੇ? ਨਹੀਂ, ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਤੈਨੂੰ ਪਾਉਂਦਾ ਉਹ ਮੇਰੇ ਵਾਸਤੇ ਚੰਗਾ। ਸਿਰ ਮੱਥੇ ਤੇ ਪ੍ਰਵਾਨ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਮੈਂ ਅੱਜ ਹਾਂ, ਕੱਲ ਨਹੀਂ ਹੋਵਾਂਗਾ, ਤੂੰ ਸਦਾ ਵਾਸਤੇ ਹੈ। ਤੂੰ ਸਲਾਮਤ ਹੈ, ਤੇਰਾ ਪਿਆਰ ਵੀ ਸਲਾਮਤ ਹੈ, ਉਹ ਆਪ ਸਲਾਮਤ ਹੈ, ਉਹਦੀ ਸੰਗਤ ਸਲਾਮਤ ਹੈ, ਉਹ ਸਦਾ ਵਾਸਤੇ ਕਾਇਮ ਦਾਮ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰ ਮੰਤ। 3 ਦਿਨ ਹਾਜ਼ਰੀ ਭਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਬਖਸ਼ ਲੈਣਾ। ਸਿਰ ਤੇ ਹੱਥ ਰੱਖਣਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਬਾਲਾ ਪ੍ਰੀਤਮ ਦਾ ਬਹੁਤ ਬਹੁਤ ਧੰਨਵਾਦ, ਤੇ ਸਾਰੇ ਟਹਿਲੂਗੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਜੋ ਇਹਨਾਂ ਪਿਆਰ ਬਖਸ਼ਿਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੰਗਤਾਂ ਦਾ ਫੇਰ ਸ਼ੁਕਰਾਨਾ ਕਰਾਂ, ਧੰਨਵਾਦ ਕਰਾਂ। ਗੁਰੂ ਪਾਤਸ਼ਾਹ ਬਖਸ਼ਿਸ਼ ਕਰੇ। ਬਸ ਇੱਕੋ ਗੱਲ ਮੈਨੂੰ ਵੀ ਬਖਸ਼ੇ ਤੇ ਤੁਹਾਨੂੰ ਵੀ ਬਖਸ਼ੇ ਕਿ ਅਸੀਂ ਲੇਖੇ ਪੱਤਿਆਂ 'ਚ ਨਾ ਪਾਈਏ, ਸਦਕੇ ਹੁੰਦੇ ਰਹੀਏ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ,